Very good evening to all। ਅੱਜ ਆਪਾਂ ਫੇਰ ਲਾਈਵ ਹੋਏ ਹਾਂ ਜੀ। ਅੱਜ ਦੀ ਕਲਾਸ ਲੈ ਕੇ ਨੰਬਰ ਥਿਊਰੀ ਆਪਣਾ ਚੱਲ ਰਿਹਾ ਸੀਗਾ ਤੇ ਆਪਣੇ ਇਹਦੇ ਵਿੱਚ 3 ਡੇ ਹੋ ਚੁੱਕੇ ਸੀਗੇ। ਨੰਬਰ ਥਿਊਰੀ ਦਾ ਮਤਲਬ ਜਿੰਨਾ ਵੀ ਕਨਸੈਪਟ ਸੀਗਾ ਉਹ ਆਪਣਾ ਡਨ ਹੋ ਚੁੱਕਿਆ। ਅੱਜ ਆਪਾਂ ਕਰਾਂਗੇ ਜੀ MCQ। ਨਵੇਂ MCQ ਕਰਨੇ ਨੇ ਤੇ ਪ੍ਰੀਵੀਅਸ ਈਅਰ MCQ ਜਿੰਨੇ ਵੀ ਹੈਗੇ ਨੇ ਆਪਣੇ ਕੋਲ ਪ੍ਰੀਵੀਅਸ ਈਅਰ MCQ ਦੇਖਾਂਗੇ ਕਿ ਹਰ ਪੇਪਰ ਦੇ ਵਿੱਚ ਕਿੰਨੇ MCQ ਇਹਨਾਂ ਦੇ ਆਉਂਦੇ ਨੇ ਤੇ ਕਿਸ ਟਾਈਪ ਦੇ ਆਉਂਦੇ ਨੇ, ਸਾਰੇ ਆਪਾਂ ਅੱਜ ਡੀਲ ਕਰਨੇ ਨੇ। ਕਹਿਣ ਦਾ ਮਤਲਬ ਇਹ ਹੈ ਕਿ ਨੰਬਰ ਥਿਊਰੀ ਜਿਹੜਾ ਆਪਣਾ ਕਨਸੈਪਟ ਟੌਪਿਕ ਸੀਗਾ ਉਹ ਅੱਜ ਖਤਮ ਫਿਨਿਸ਼ ਹੋ ਜਾਏਗਾ। ਠੀਕ ਹੈ ਜੀ, ਤਾਂ ਅੱਜ ਆਪਣਾ ਲਾਸਟ ਡੇ ਰਹੇਗਾ ਨੰਬਰ 3 ਦਾ। ਤਾਂ ਕਲਾਸ ਅੱਜ ਦੀ ਬਹੁਤ ਇੰਪੋਰਟੈਂਟ ਰਹਿਣ ਵਾਲੀ ਹੈ ਕਿਉਂਕਿ ਅੱਜ ਸਿਰਫ MCQ ਹੀ ਨੇ ਆਪਣੇ ਕੋਲ ਤੇ ਪ੍ਰੀਵੀਅਸ ਈਅਰ MCQ ਨੇ। ਹਰ ਵਾਰ ਇੱਕੋ ਜਿਹੇ MCQ ਹੀ ਬਣਦੇ ਨੇ ਲਗਭਗ, ਤਾਂ ਆਪਾਂ ਸਾਰੇ ਡੀਲ ਕਰ ਲਵਾਂਗੇ ਕਿ ਕਿੱਦਾਂ ਦੇ MCQ ਆਪਾਂ ਨੂੰ ਐਗਜ਼ਾਮ ਦੇ ਵਿੱਚ ਆਉਂਦੇ ਨੇ। ਠੀਕ ਹੈ ਜੀ, ਤਾਂ ਪਲੀਜ਼ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਿਓ ਕਿ ਆਡੀਓ ਵੀਡੀਓ ਬਿਲਕੁਲ ਕਲੀਅਰ ਹੈਗੀ ਹੈ ਜੀ, ਸਾਰਾ ਕੁਝ ਡਨ ਹੈ, ਤਾਂ ਕਿ ਫਿਰ ਆਪਾਂ ਕਲਾਸ ਸ਼ੁਰੂ ਕਰ ਸਕੀਏ ਆਪਣੀ ਅੱਜ ਦੀ। ਤਾਂ ਜੋ ਆਪਣੇ ਸਟੂਡੈਂਟ ਹਜੇ ਪਹੁੰਚ ਰਹੇ ਨੇ ਥੋੜਾ ਜਿਹਾ 1-2 ਮਿੰਟ ਵੇਟ ਕਰਦੇ ਆ ਜੀ ਤੇ ਫਿਰ ਆਪਾਂ ਸ਼ੁਰੂ ਕਰਾਂਗੇ, ਕਿਉਂਕਿ ਫਿਰ ਐਵੇਂ ਕੋਈ ਇੱਕ MCQ ਵੀ ਕਿਸੇ ਦਾ ਰਹਿ ਗਿਆ ਤਾਂ ਫਿਰ ਦੁਬਾਰਾ ਅਗਰ ਨਾ ਦੇਖਿਆ ਬਾਈ ਚਾਂਸ ਉਹੀ ਆ ਗਿਆ ਨੁਕਸਾਨ ਵਾਲੀ ਗੱਲ ਹੋ ਜਾਂਦੀ ਹੈ। ਤਾਂ ਥੋੜਾ ਜਿਹਾ 1-2 ਮਿੰਟ ਵੇਟ ਕਰਦੇ ਆ। ਤਾਂ ਅੱਜ ਦੇ ਜਿਹੜੇ MCQ ਨੇ ਆਪਣੇ ਬਹੁਤ ਇੰਪੋਰਟੈਂਟ ਰਹਿਣ ਵਾਲੇ ਨੇ MCQ। ਠੀਕ ਹੈ ਜੀ, ਇੱਦਾਂ ਅੱਜ ਦੇ MCQ ਦੇ ਵਿੱਚ ਕੀ ਹੋਏਗਾ ਕਿ ਆਨਸਰ ਪਹਿਲਾਂ ਤੁਸੀਂ ਦੇਣਾ ਹੋਏਗਾ। ਠੀਕ ਹੈ ਜੀ, ਤੁਹਾਨੂੰ 10 ਤੋਂ 15 ਸੈਕਿੰਡ ਮਿਲਣਗੇ ਹਰ ਕੁਐਸਚਨ ਲਈ। ਤਾਂ ਉਸ ਤੋਂ ਬਾਅਦ ਆਨਸਰ ਫਿਰ ਆਪਾਂ ਡਿਸਕਸ ਕਰਾਂਗੇ। ਠੀਕ ਹੈ ਜੀ, ਤੁਸੀਂ ਜਲਦੀ ਨਾਲ ਅਗਰ ਤੁਹਾਨੂੰ ਆਉਂਦਾ ਹੋਇਆ ਤਾਂ ਤੁਸੀਂ ਆਨਸਰ ਉਹਦਾ ਟਾਈਪ ਕਰ ਦੇਣਾ ਹੈ ਚੈਟ ਬਾਕਸ ਦੇ ਵਿੱਚ ਫਟਾਫਟ। ਜਿੰਨੀ ਜਲਦੀ ਹੋ ਸਕੇ ਤੁਸੀਂ ਉਨੀ ਜਲਦੀ ਆਨਸਰ ਟਾਈਪ ਕਰਨਾ ਹੈ ਔਰ ਵਿਦ ਕੁਐਸਚਨ ਨੰਬਰ ਜ਼ਰੂਰ ਪਾ ਦਿਓ ਪਲੀਜ਼। ਕੁਐਸਚਨ ਨੰਬਰ ਦੇ ਨਾਲ ਹੀ ਤੁਸੀਂ ਆਨਸਰ ਟਾਈਪ ਕਰਨਾ, ਬਿਨਾਂ ਕੁਐਸਚਨ ਨੰਬਰ ਦੇ ਨਾਲ ਆਨਸਰ ਨਹੀਂ ਟਾਈਪ ਕਰਨਾ ਕਿਉਂਕਿ ਫਿਰ ਪਤਾ ਨਹੀਂ ਲੱਗਦਾ ਕਿ ਉਹ ਕਿਸ ਦਾ ਆਨਸਰ ਹੈਗਾ ਕਿਸ ਦਾ ਨਹੀਂ। ਅਗਰ ਮੰਨ ਲਓ ਆਪਾਂ ਫਸਟ ਕੁਐਸਚਨ ਕਰ ਰਹੇ ਹਾਂ ਤਾਂ ਤੁਸੀਂ ਲਿਖੋ 1, ਉਹਦੇ ਨਾਲ ਆਪਸ਼ਨ ਪਾ ਦਿਓ ਜਿਹੜੀ ਵੀ ਹੈਗੀ ਹੈ। ਠੀਕ ਹੈ ਜੀ, ਤਾਂ ਵਿਦ ਕੁਐਸਚਨ ਨੰਬਰ ਆਨਸਰ ਤੁਸੀਂ ਟਾਈਪ ਕਰ ਦਿਓ। ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ। ਕੁਐਸਚਨ ਨੰਬਰ 1 ਨਾਲ ਫਾਈਂਡ ਦਾ ਰਿਮਾਈਂਡਰ। ਰਿਮਾਈਂਡਰ ਆਪਾਂ ਫਾਈਂਡ ਕਰਨਾ ਜੀ ਵੈਨ 5 ਦੀ ਪਾਵਰ 48, 5 ਦੀ ਪਾਵਰ 48 ਹੈਗੀ ਹੈ ਜੀ, ਉਹਨੂੰ ਡਿਵਾਈਡ ਕਰਨਾ ਕਿੰਨੇ ਨਾਲ 24 ਨਾਲ। ਡਿਵਾਈਡਡ ਬਾਈ 24। ਜਲਦੀ ਦੱਸੋ ਜੀ ਇਹਦਾ ਆਨਸਰ। ਦੇਖਦੇ ਹਾਂ ਜੀ ਕਿੰਨਾ ਦਾ ਆਨਸਰ ਬਿਲਕੁਲ ਸਹੀ ਜਾਂਦਾ, ਫਿਰ ਆਪਾਂ ਇਹਨੂੰ ਡੀਲ ਕਰਾਂਗੇ। ਤੁਹਾਨੂੰ 15 ਤੋਂ ਲੈ ਕੇ 20 ਸੈਕਿੰਡ ਇਸ ਕੁਐਸਚਨ ਲਈ ਮਿਲ ਰਹੇ ਨੇ। ਠੀਕ ਹੈ ਜੀ, 5 ਦੀ ਪਾਵਰ 48। ਦੇਖਦੇ ਹਾਂ ਜੀ ਕਿਹਦਾ ਆਨਸਰ ਪਹਿਲਾਂ ਆਉਂਦਾ ਹੈ। 5 ਦੀ ਪਾਵਰ 48 ਨੂੰ ਡਿਵਾਈਡ ਕਰਨਾ ਹੈ ਆਪਾਂ 24 ਨਾਲ। ਕੌਨਗ੍ਰੈਂਸ ਦਾ ਕੁਐਸਚਨ ਹੈਗਾ ਜੀ, ਇਹਨੂੰ ਕੌਨਗ੍ਰੈਂਸ ਦੇ ਵੇ ਨਾਲ ਕਰਾਂਗੇ ਆਪਾਂ। ਠੀਕ ਹੈ ਜੀ, ਤਾਂ ਚਲੋ ਜੀ ਦੇਖਦੇ ਹਾਂ ਇਹਦਾ ਆਨਸਰ ਕਿਵੇਂ ਆਏਗਾ। 5 ਦੀ ਪਾਵਰ 48 ਨੂੰ ਆਪਾਂ ਡਿਵਾਈਡ ਕਰਨਾ ਹੈਗਾ। ਇੱਧਰ ਆਪਣੇ ਕੋਲ ਕਿੰਨਾ ਹੈ 24। ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਿਹਾ ਸੀ, ਆਪਾਂ ਰਿਮਾਈਂਡਰ 1 ਬਣਾਉਣਾ ਹੁੰਦਾ। ਜਦੋਂ ਵੀ ਆਪਾਂ ਗੱਲ ਕਰੀਏ ਤਾਂ ਆਪਾਂ ਕੀ ਬਣਾਉਣਾ ਹੁੰਦਾ, ਰਿਮਾਈਂਡਰ 1 ਬਣਾਉਣਾ ਹੁੰਦਾ। ਤਾਂ ਆਪਾਂ ਦੇਖੋ ਕਿ ਅਗਰ 5 ਦੀ ਪਾਵਰ ਆਪਾਂ 2 ਕਰਦੇ ਹਾਂ ਤਾਂ ਕਿੰਨਾ ਬਣੇਗਾ ਉਹ 25। ਤਾਂ 25 ਨੂੰ ਅਗਰ 24 ਨਾਲ ਆਪਾਂ ਡਿਵਾਈਡ ਕਰਾਂਗੇ ਤਾਂ ਰਿਮਾਈਂਡਰ ਕਿੰਨਾ ਬਣੇਗਾ 1 ਬਣੇਗਾ। ਤਾਂ ਆਪਾਂ ਇਹਨੂੰ ਲੈ ਕੇ ਚੱਲ ਸਕਦੇ ਹਾਂ 5 ਦੀ ਪਾਵਰ 2 congruent to 1 mod 24 ਏਦਾਂ ਲੈ ਕੇ ਚੱਲ ਸਕਦੇ ਹਾਂ ਜੀ। ਹੁਣ ਆਪਾਂ ਇੱਥੇ ਕੀ ਬਣਾਉਣਾ 48 ਬਣਾਉਣਾ। 48 ਬਣਾਉਣਾ ਤਾਂ ਦੋਨੋਂ ਸਾਈਡ ਕੀ ਕਰ ਦਾਂਗੇ 5 ਦੀ ਪਾਵਰ 2 ਇਹਦੀ ਪਾਵਰ ਕਰ ਦਾਂਗੇ 24, ਇਸ ਦੀ ਪਾਵਰ ਕਰ ਦਾਂਗੇ 24। ਇਹ ਆ ਜਾਏਗਾ ਮੋਡ 20। 5 ਦੀ ਪਾਵਰ 48 ਰਿਮਾਈਂਡਰ ਕਿੰਨਾ ਰਹੇਗਾ 1 ਦੀ ਪਾਵਰ 24 ਤਾਂ 1 ਹੀ ਹੁੰਦਾ ਮੋਡ 24। ਰਿਮਾਈਂਡਰ ਕਿੰਨਾ ਜੀ 1। ਆ ਵਾਲਾ ਕੀ ਹੁੰਦਾ ਰਿਮਾਈਂਡਰ। ਆਨਸਰ ਕਿੰਨਾ ਆ ਗਿਆ 1। ਇਹ ਆਪਸ਼ਨ ਇਜ਼ ਰਾਈਟ। ਤਾਂ ਜਿਨ੍ਹਾਂ ਨੇ ਵੀ ਇਹ ਆਪਸ਼ਨ ਦਿੱਤਾ 1 ਆਨਸਰ ਦਿੱਤਾ ਬਿਲਕੁਲ ਰਾਈਟ ਆਨਸਰ ਹੈਗਾ ਜੀ ਉਹਨਾਂ ਦਾ ਆਪਸ਼ਨ ਨੰਬਰ A। ਕਲੀਅਰ। ਹਾਂਜੀ ਕਲੀਅਰ ਹੋ ਗਿਆ ਸਭ ਨੂੰ। ਬਸ ਆਪਣੀ ਕੋਸ਼ਿਸ਼ ਰਹੇਗੀ ਸਭ ਤੋਂ ਪਹਿਲਾਂ ਇੱਥੇ 1 ਜਾਂ -1 ਬਣਾਉਣ ਦੀ, 1 ਬਣਾਉਣ ਦੀ ਜਾਂ -1 ਬਣਾਉਣ। ਹੋ ਸਕਦਾ ਕਿਸੇ ਕੁਐਸਚਨ ਚ -1 ਵੀ ਬਣਾਉਣਾ ਪਵੇ, ਹੋ ਸਕਦਾ 1 ਵੀ ਬਣਾਉਣਾ, ਕਿਉਂਕਿ ਅਗਰ 1 ਬਣ ਜਾਏਗਾ ਤਾਂ ਈਜ਼ੀ ਹੋ ਜਾਏਗਾ। ਇੱਧਰ ਪਾਵਰ ਕਰਨਾ ਈਜ਼ੀ ਹੈ। ਮੰਨ ਲਓ ਇੱਥੇ ਆਪਣੇ ਕੋਲ ਰਿਮਾਈਂਡਰ 2 ਬਣਦਾ, 2 ਨਾਲ ਵੀ ਆਪਾਂ ਕਰ ਸਕਦੇ ਹਾਂ, ਬਟ 2 ਦੀ ਫਿਰ 24 ਕਰਨੀ ਤਾਂ ਆਪਾਂ ਨੂੰ ਮੁਸ਼ਕਿਲ ਹੋ ਜਾਂਦੀ ਸੀ।
ਤਾਂ ਕਰਕੇ ਇੱਥੇ ਕੋਸ਼ਿਸ਼ ਕਰੋ ਮੈਕਸਿਮਮ ਕਿ ਆਪਾਂ 1 ਬਣਾ ਸਕੀਏ। ठीक है जी, क्लियर क्वेश्चन नंबर 1? ओके। क्वेश्चन नंबर 2, find the remainder when 1 factorial 2 factorial plus 100 factorial is divided by 15 factorial। 1 factorial plus 2 factorial plus 3 factorial up to 100 factorial divided by 15 factorial। ठीक है जी, 15 factorial मतलब 15 होएगा इत्थे, 15 factorial नहीं हैगा, 15 है जी, 15 होएगा। ओके जी, 15 ਨਾਲ डिवाइड करना है ਆਪਾਂ 1 factorial plus 2 factorial plus 3 factorial plus 100 factorial ਨੂੰ। दस जल्दी दसो जी आंसर, फिर आप डिस्कस करांगे। देखते हैं जी की आंसर आता है। चलो हम 1 फैक्टोरियल ਨੂੰ ਆਪਾਂ ਕੀ ਲਿਖ ਸਕਦੇ ਹਾਂ ਜੀ 1, 2 ਫੈਕਟੋਰੀਅਲ ਨੂੰ 2 प्लस 3 फैक्टोरियल ਨੂੰ 6 प्लस 4 फैक्टोरियल ਨੂੰ 24। तो देखो जी 24 प्लस 6 इस तो अगे वाला तो सारे डिवाइड हो ही रहे ने, 5 फैक्टोरियल तो हो ही जाएगा, 5 इंटू 3 आएगा 15 आएगा, उदों अगे हो जाएंगे। इतने देखो इदों बाद की आ रहा है 6 प्लस 24, तो ये भी 30 बन जाएगा, ये भी 30 बन जाएगा, मतलब ये भी की हो जाएगा डिवाइड हो जाएगा। तो डिवाइड केड़ा नहीं होना 1 ते 2, तो रिमाइंडर कितना बचा 3। ऑप्शन नंबर सी यानी कि 3 आंसर बिल्कुल राइट है जी। जिन्होंने भी 3 दिता बिल्कुल राइट है, बाकी सारे ऑप्शन रॉन्ग ने। ठीक है जी, तो 3 ऑप्शन राइट, बिल्कुल राइट है 3 ऑप्शन। क्लियर। क्वेश्चन नंबर 3, कैलकुलेट 500। 500 ਆਪਾਂ कैलकुलेट करना है। ਆਪਾਂ ਇਹਦੇ मैथड करे ਸੀਗੇ जी 2-3 मैथड, ਤੁਸੀਂ कोई भी मैथड लगा सकते हो। जल्दी सुपर फास्ट ਇਹਦਾ आंसर रिप्लाई करो। ठीक है जी, जल्दी रिप्लाई करो इसका आंसर। 500 कितना आएगा 40, 60, 10, 80 विद इन 20 सेकेंड आंसर ਇਹਦਾ रिप्लाई करो। 20 सेकेंड 1 2 3 20 सेकेंड। जी जल्दी ना रिप्लाई करो, देखते हैं फिर। चलो जी डन। ओके की करांगे 100 ਨੂੰ ਆਪਾਂ ਕੀ ਕਰ ਸਕਦੇ ਹਾਂ ਜੀ 500 ਨੂੰ ਲਿਖ ਸਕਦੇ ਹਾਂ 10 ਦੀ ਪਾਵਰ 2, ਪਰ ਹੁਣ ਇੱਥੇ 10 ਤਾਂ ਪ੍ਰਾਈਮ ਨਹੀਂ ਹੈਗਾ, ਹਨਾ ਇਹ ਹੈਗਾ ਨਾ ਪ੍ਰਾਈਮ, ਤਾਂ ਫਿਰ ਆਪਾਂ ਇਹਨੂੰ ਕੀ ਕਰਨਾ ਇਦਾਂ ਨਹੀਂ ਲਿਖ ਸਕਦੇ, ਫਿਰ ਆਪਾਂ 100 ਦੇ ਫੈਕਟਰ ਕਰ ਲਾਂਗੇ। 100 ਦੇ ਫੈਕਟਰ ਕਿੰਨੇ ਆਉਣਗੇ 2 ਤੇ ਗਿਆ 50, 2 ਤੇ ਗਿਆ 25, 5 ਤੇ ਗਿਆ 5, 5 ਤੇ ਗਿਆ 1, यानी कि 2 ਦੀ ਪਾਵਰ 2 25 ਦੀ ਪਾਵਰ ਵੀ 2, ਤਾਂ 2 भी प्राइम 5 भी प्राइम है ना। प्राइम की पावर यानी कि 2 ਦੀ पावर 2 माइनस 2 ਦੀ पावर 1, इन्हों ऐ कर सकते हैं इनू 5 ਦੀ पावर 2 माइनस 5 ਦੀ पावर 1, यह कितना हो गया जी 2 ਦੀ पावर 2 4 माइनस 2 आ कितना हो गया जी 25 माइनस 5, तो कितना हो गया 2 इंटू 20, 40 इज आंसर। 40 इज राइट आंसर, ऑप्शन नंबर ए 40। ठीक है जी। अनदर मैथड की सीगा जी 100 ऐसा लिख सकते हैं 1 माइनस पहला फैक्टर 1/2, 1 माइनस दूसरा फैक्टर 5, तो कितना होगा जी 100, ये हो गया 1/2, ये हो गया 4/5, तो 10 ਨਾਲ करता जी 10 आ गया, 10 इंटू 4 40, या इस तरह भी किया जा सकता। ये आप दोनों मैथड गल करे सीगे जी, तुसीं इन्हां चों कोई भी अप्लाई कर सकते। आंसर की आएगा 40 ए ऑप्शन। ए ऑप्शन जिन्होंने भी दिता बिल्कुल राइट आंसर है जी ए ऑप्शन 40 आंसर। क्लियर। क्वेश्चन नंबर 4, वैल्यू ऑफ 530 इज। चलो जी टाइम स्टार्ट हो गया तो 20 सेकंड ने, जल्दी क्वेश्चन करो।
530 530 ਆਪਾਂ ਫਾਈਂਡ ਕਰਨਾ ਜੀ। ਬਿਲਕੁਲ ਇਦਾਂ ਦੇ ਕੁਐਸਚਨ ਵਿਦਿਨ ਸੈਕਿੰਡ ਸੋਲਵ ਹੋਣੇ ਚਾਹੀਦੇ ਨੇ ਜੀ, ਫੇਰ ਹੀ ਆਪਾਂ ਨੂੰ ਫਾਇਦਾ ਹੈਗਾ, ਫੇਰ ਹੀ ਆਪਣਾ ਟਾਈਮ ਜਿਹੜਾ ਹੈਗਾ ਉਹ ਬਚੇ। ਤਾਂ ਚਲੋ ਜੀ टाइम हो गया ओवर अपना। ਹੁਣ ਆਪਾਂ ਨੂੰ ਸੋਲਵ ਕਰਦੇ ਹਾਂ 530। 530 ਦੇ ਕੋਈ ਦੋ ਪ੍ਰਾइम फैक्टर बनते हैं जी 6 × 5। 5 ਤਾਂ ਪ੍ਰਾइम है बट 6 नहीं हैगा है ना, ਇਹਨੂੰ ਨਹੀਂ ਕਰ ਸਕਦੇ ਤਾਂ ਆਪਾਂ ਇੱਦਾਂ ਹੀ ਕਰਦੇ ਹਾਂ 30 ਦੇ ਵੀ ਫੈਕਟਰ ਬਣਾ ਲੈਂਦੇ ਹਾਂ। 30 ਦੇ ਫੈਕਟਰ ਬਣਾਓ ਜੀ, 2 ਤੇ ਗਿਆ 15, 3 ਤੇ ਗਿਆ 5, 5 ਤੇ ਗਿਆ 1, ਤਾਂ 2 3 5 2 3 5। ਤਾਂ ਦੇਖੋ ਜੀ ਤਿੰਨੋਂ ਪ੍ਰਾइम ਨੇ, ਤਾਂ ਪ੍ਰਾइम ਨੇ ਤਾਂ ਇਹਨਾਂ ਨੂੰ ਕੀ ਲਿਖ ਸਕਦੇ ਆਪਾਂ, ਇਦਾਂ ਲਿਖ ਸਕਦੇ ਹਾਂ, ਇਹਨੂੰ ਅਲੱਗ-ਅਲੱਗ ਕਰ ਸਕਦੇ ਹਾਂ 5 2 5 3। ਇਹ ਤਾਂ ਮੈਥਡ ਹੈਗਾ ਜੀ ਅਗਰ ਆਪਾਂ ਵੈਸੇ ਕਰਨਾ ਹੋਵੇ ਲੌਂਗ ਮੈਥਡ, ਬਟ ਆਪਾਂ ਇੰਨਾ ਕੁਝ ਕਰਾਂਗੇ ਨਹੀਂ ਐਗਜ਼ਾਮ ਦੇ ਵਿੱਚ ਕਿਉਂਕਿ ਆਪਾਂ ਟਾਈਮ ਬਚਾਉਣਾ ਹੈ। ਤਾਂ ਆਪਾਂ ਸਿੱਧਾ ਇੱਥੋਂ ਦੇਖਾਂਗੇ 2 ਨੂੰ ਲਿਖਾਂਗੇ 1, 3 ਨੂੰ ਲਿਖਾਂਗੇ 2 ਤੇ 4 5 ਨੂੰ ਲਿਖਾਂਗੇ 4। ਤਾਂ 4 × 2 8 ਆਪਣਾ ਆਨਸਰ ਆ ਜਾਏਗਾ, ਆਪਸ਼ਨ ਨੰਬਰ A 8 ਆਨਸਰ। ठीक है जी, पता लग गया ना। अगर जो प्राइम हो तो प्राइम ਨੂੰ ਆਪਾਂ ਕੀ ਲਿਖ ਸਕਦੇ ਹਾਂ 2 - 1, 3 ਨੂੰ 3 - 1, 5 ਨੂੰ 5 - 1, 1 2 4 8 ਆਨਸਰ। ਆਪਾਂ ਇੱਥੋਂ ਸਿੱਧਾ ਹੀ ਚੱਕਾਂਗੇ, 2 ਨੂੰ 1 ਲਿਖਾਂਗੇ, 3 ਨੂੰ 2 ਲਿਖਾਂਗੇ, 5 ਨੂੰ 4 ਲਿਖਾਂਗੇ, ਆਨਸਰ ਆ ਗਿਆ 8। ਦੂਜੂ ਵੀ ਕਰ ਸਕਦੇ ਹਾਂ ਜਿਹੜਾ ਆਪਾਂ ਨਦਰ ਮੈਥਡ ਕੀਤਾ ਸੀਗਾ, ਸੌਰੀ ਕੀ ਸੀਗਾ 30। ਪਹਿਲਾ ਪ੍ਰਾइम फैक्टर 1 - 1/2, दूसरा प्राइम फैक्टर 1 - 1/3, तीसरा प्राइम फैक्टर 1 - 1/5। तो कितना हो गई 30, 1/2, 2/3 और 4/5। अपना सारा कट्टे आ गया जी, 4 × 2 8। इदा भी आंसर आ सकता। दोनों 2-3 मैथड ने ਤੁਹਾਡੇ ਕੋਲੇ ਕਿਸੇ ਨਾਲ ਵੀ ਤੁਸੀਂ ਇਹਨੂੰ सॉल्व कर सकते। डन। क्वेश्चन नंबर 4 क्लियर, एवरीवन क्लियर। क्वेश्चन नंबर 4 ठीक है जी, हो गया डन। चलो जी क्वेश्चन नंबर 6। इफ A एंड B GCD 1, A ਤੇ B ਦਾ GCD ਕਿੰਨਾ ਜੀ ਆਪਣੇ ਕੋਲ 1 ਹੈਗਾ, ਐਂਡ C ਕੋਈ ਡਿਵਾਈਡ ਕਰਦਾ B ਨੂੰ, C B ਨੂੰ ਡਿਵਾਈਡ ਕਰ ਰਿਹਾ, ਦੈਨ A ਐਂਡ C ਦਾ GCD ਆਪਾਂ ਦੱਸਣਾ। A ਐਂਡ C ਦਾ GCD ਇਦਾਂ ਦੇ ਕੁਐਸਚਨ ਆਪਾਂ ਕਲਾਸ ਦੇ ਵਿੱਚ ਕਰ ਚੁੱਕੇ ਹਾਂ। ਵਿਦ ਇਨ ਸੈਕਿੰਡ ਤੁਹਾਡਾ ਆਨਸਰ ਆਉਣਾ ਚਾਹੀਦਾ ਹੈ। ਟਾਈਮ ਸਟਾਰਟ ਹੁੰਦਾ ਹੈ ਨਾਓ। ठीक है जी, दसो इसलिए तो 5 सेकंड ही बहुत ने इस क्वेश्चन ਲਈ। ठीक है जी, चलो आंसर शब्द आ चुके हैं, देखते हैं राइट जा रॉन्ग। ए ਤੇ B ਦਾ GCD 1 ਤਾਂ ਮਤਲਬ A ਨੂੰ ਕੀ ਲੈ ਲਓ 2, B ਨੂੰ ਲੈ ਲਓ, ਸੌਰੀ B ਨੂੰ ਆਪਾਂ ਇਦਾਂ ਦਾ ਲੈਣਾ ਪੈਣਾ ਜਿਹਨੂੰ C ਡਿਵਾਈਡ ਕਰਦਾ ਹੋਵੇ, ਤਾਂ B ਲੈ ਲਓ ਆਪਾਂ ਨਾ 9। ठीक है जी, B 9 ਲੈ ਲਿਆ ਕਿਉਂਕਿ A ਤੇ 2 ਔਰ 9 ਦਾ GCD ਕਿੰਨਾ 1। C ਹੁਣ ਕੋਈ ਡਿਵਾਈਡ ਕਰ ਰਿਹਾ, C ਲੈ ਲਓ 3, ਤਾਂ 3 9 ਨੂੰ ਡਿਵਾਈਡ ਕਰ ਰਿਹਾ ਯਾਨੀ ਕਿ C B ਨੂੰ ਡਿਵਾਈਡ ਕਰ ਰਿਹਾ, ਬਿਲਕੁਲ ਰਾਈਟ ਜੀ। ਹੁਣ ਆਪਾਂ ਦੇਖਣਾ A ਤੇ C ਦਾ GCD, A ਕਿੰਨਾ 2, C ਕਿੰਨਾ 3, ਤੇ 2 ਤੇ 3 ਦਾ GCD ਵੀ 1, ਆਲਵੇਜ਼ 1। ਆਪਾਂ ਇਹ ਕਰ ਚੁੱਕੇ ਹਾਂ, ਆਪਾਂ ਨੂੰ ਡਾਇਰੈਕਟ ਰਿਜ਼ਲਟ ਹੀ ਯਾਦ ਹੈ। ਅਗਰ A ਤੇ B ਦਾ GCD 1 ਹੋਵੇ, C B ਨੂੰ ਡਿਵਾਈਡ ਕਰਦਾ ਹੋਵੇ, ਤਾਂ A ਤੇ C ਦਾ GCD ਕਿੰਨਾ ਆਏਗਾ 1 ਹੀ ਆਏਗਾ। क्लियर। क्वेश्चन नंबर 6 राइट आंसर A 1। डन। ठीक है जी, क्वेश्चन नंबर 6 क्लियर। ओके, मूव ऑन क्वेश्चन नंबर 7। इफ A ਤੇ B ਦਾ GCD 1, A ਐਂਡ B ਦਾ GCD ਕਿੰਨਾ 1 ਗਿਵਨ ਹੈਗਾ ਜੀ, ਐਂਡ D ਕੋਈ ਹੈਗਾ ਆਪਣੇ ਕੋਲੇ, ਉਹ ਡਿਵਾਈਡ ਕਰਦਾ A plus B ਨੂੰ, A plus B ਨੂੰ D ਡਿਵਾਈਡ ਕਰ ਰਿਹਾ, then D ਐਂਡ A ਦਾ GCD ਕਿੰਨਾ ਹੋਏਗਾ। ਜਲਦੀ ਦੱਸੋ ਜੀ, ਕੋਈ ਵੀ ਐਗਜ਼ਾਮਪਲ ਲਓ। ਟਾਈਮ ਸਟਾਰਟ ਹੋ ਗਿਆ ਤੁਹਾਡਾ, ਸਿਰਫ ਮਿਲਣਗੇ ਤੁਹਾਨੂੰ 15 ਸੈਕਿੰਡ। बस क्वेश्चन देखने साथ सॉल्व करना शुरू कर दिया करो जी। विद इन सैकेंड ਤੁਹਾਡਾ आंसर ਜਿਹੜਾ ਆਣਾ ਚਾਹੀਦਾ ਆਪਣੇ। ठीक है जी, ਹੁਣ ਦੇਖੋ A ਤੇ B ਦਾ GCD 1, A ਤੇ B ਦਾ GCD 1, ਆਪਾਂ ਕੀ ਲੈ ਲਈਏ ਜੀ A ਲੈ ਲਈਏ 2,
A2 ले लेने, नहीं A3 ले लो। ਜੇ ਆਪਾਂ a plus b ਦਾ a plus b ਨੂੰ ਵੀ ਡਿਵਾਈਡ ਕਰਾਉਣਾ ਨਾ ਕਿਸੇ ਨੰਬਰ ਨਾਲ, ਇਦਾਂ ਦੇ ਨੰਬਰ ਲਓ ਕਿ ਇਹ ਡਿਵਾਈਡ ਹੋ ਜਾਣ। a3 ਲੈ ਲਓ, b ਲੈ ਲਓ 5, ਠੀਕ ਹੈ ਜੀ। a ਲੈ ਲਓ 3, b ਲੈ ਲਓ 5, ਤਾਂ a ਤੇ b ਦਾ ਯਾਨੀ ਕਿ 3 ਤੇ 5 ਦਾ GCD ਕਿੰਨਾ ਆ ਗਿਆ, 1 ਆ ਗਿਆ। a plus b ਕਿੰਨਾ ਹੋ ਗਿਆ ਆਪਣੇ ਕੋਲ, a plus b ਹੋ ਗਿਆ 8, ਤਾਂ d ਕਿੰਨਾ ਲੈ ਲਓ, 2 ਲੈ ਲਓ, d2 ਲੈ ਲਓ, 4 ਲੈ ਲਓ ਚਾਹੇ, ਤਾਂ d ਯਾਨੀ ਕਿ 2 ਡਿਵਾਈਡ ਕਰ ਰਿਹਾ 8 ਨੂੰ, ਰਾਈਟ ਹੈਗਾ ਜੀ। ਆ ਕੰਡੀਸ਼ਨ ਓਕੇ, ਆ ਕੰਡੀਸ਼ਨ ਓਕੇ, ਤਾਂ ਸਾਰੀਆਂ ਵੈਲਿਊ ਆਪਣੇ ਕੋਲ ਆ ਚੁੱਕੀਆਂ। d ਕਿੰਨਾ ਲੈਤਾ 2, a ਕਿੰਨਾ ਲਿਆ ਸੀ ਆਪਾਂ 3, 2 ਤੇ 3 ਦਾ GCD ਵੀ ਕਿੰਨਾ ਆਏਗਾ, 1 ਆਏਗਾ। ਇਦਾਂ ਦੇ ਕੁਐਸਚਨਾਂ ਦੇ ਵਿੱਚ ਆਨਸਰ ਜਿਹੜਾ ਹੈਗਾ ਉਹ ਆਲਵੇਜ਼ ਕਿੰਨਾ ਆਏਗਾ, 1 ਹੀ ਆਏਗਾ ਲਗਭਗ, ਮੋਸਟਲੀ। ਜ਼ਰੂਰੀ ਨਹੀਂ ਹਰ ਇੱਕ ਦਾ ਆਨਸਰ 1 ਆਏ, ਬਟ ਮੋਸਟਲੀ ਜੋ ਆਨਸਰ ਹੈ ਉਹ 1 ਹੀ ਆਏਗਾ, ਕਿਉਂਕਿ GCD 2 4 3 ਇਹਦੇ ਵਿੱਚ ਤਾਂ ਕੁਝ ਵੀ ਹੋ ਸਕਦਾ, ਬਟ ਮੋਸਟਲੀ ਜੋ ਕਾਮਨ ਆਨਸਰ ਰਹਿੰਦਾ ਉਹ 1 ਰਹਿੰਦਾ। ਠੀਕ ਹੈ, ਜੇਕਰ ਤੁੱਕਾ ਵੀ ਕਦੇ ਮਾਰਨਾ ਪਵੇ ਤਾਂ 1 ਦਾ ਆਪਾਂ ਤੁੱਕਾ ਮਾਰਾਂਗੇ, ਹੋਰ ਕਿਸੇ ਵੀ ਆਪਸ਼ਨ ਦਾ ਤੁੱਕਾ ਨਹੀਂ ਮਾਰਾਂਗੇ। ਠੀਕ ਹੈ ਜੀ, ਤਾਂ ਕੁਐਸਚਨ ਨੰਬਰ 7 ਦਾ ਆਨਸਰ ਆ ਗਿਆ 1। ਕਲੀਅਰ, मूव करिए नेक्स्ट क्वेश्चन 8। n square minus n is divisible by, टाइम स्टार्ट नाउ। दसो जी 20 सेकंड ने ਤੁਹਾਡੇ ਕੋਲ। n square minus n is divisible by, ਇਹਦੇ ਨਾਲ divisible ਹੈਗਾ ਜੀ n square minus n। पुट करो 1 2 3, चेक करो बाय ऑप्शन। फिर हिंट तो मिल गया और टाइम भी तो आवर 20 सेकंड हो चुके। ठीक है जी, चलो एंड 1 पुट कर दो, 1 माइनस 1 0, तो 0 ਨਾਲ ਤਾਂ ਕੋਈ ਵੀ ਡਿਵਾਈਡ ਹੋ ਸਕਦਾ ਹੈ। 2 ਵੀ 0 ਨੂੰ ਡਿਵਾਈਡ ਕਰ ਦੇਗਾ, 3 ਵੀ 0 ਨੂੰ ਡਿਵਾਈਡ ਕਰ ਦੇਗਾ, 4 ਵੀ 0 ਨੂੰ ਡਿਵਾਈਡ ਕਰ ਦੇਗਾ, 5 ਵੀ 0 ਨੂੰ ਡਿਵਾਈਡ ਕਰ ਦੇਗਾ। ਇਹ ਤਾਂ ਸੀਗਾ ਅਗਰ n ਇਕੁਅਲ ਟੂ ਆ ਗਿਆ 1, n ਇਕੁਅਲ ਟੂ 2 ਲੈ ਲਓ ਜੀ, 2 ਲੈਤਾ ਤਾਂ 4 ਮਾਈਨਸ 2 ਕਿੰਨਾ ਬਚਿਆ 2, ਤਾਂ ਓਨਲੀ ਨੂੰ 2 ਡਿਵਾਈਡ ਕਰੇਗਾ, 3 नहीं करेगा, 5 नहीं करेगा, 4 नहीं करेगा। n इक्वल टू ले लो 3, 3 9 माइनस 3 6, 6 ਨੂੰ 2 करेगा, 3 करेगा, 4 नहीं करेगा, 5 नहीं करेगा, बट 3 ਵਿੱਚ ਦੀ 1 ਨੂੰ ਛੱਡ ਗਿਆ ਸੀਗਾ, ਤਾਂ ਇਸਦਾ ਲਈ all our answer ਕਿੰਨਾ ਆ ਗਿਆ 2, ਇਹ ਆਪਸ਼ਨ ਰਾਈਟ। ਠੀਕ ਹੈ ਜੀ, 2 ਆਨਸਰ ਰਾਈਟ। ਤਾਂ ਜਿਨ੍ਹਾਂ ਨੇ 2 ਆਨਸਰ ਦਿੱਤਾ, ਇਹ ਆਪਸ਼ਨ ਦਿੱਤਾ, बिल्कुल राइट है क्वेश्चन नंबर 8। ठीक है जी, मूव करिए क्वेश्चन नंबर 9 पे। समझ आ गया जी, क्लियर हो गया चंगी तरह। क्वेश्चन नंबर 9, फाइंड द रिमाइंडर व्हेन 2 दी पावर 50 इज डिवाइडेड बाय 7। हाँ जी, तुम्हारा टाइम हो गया शुरू, कर दो फटाफट आंसर। 25 सेकंड ਤੁਹਾਨੂੰ ਮਿਲ ਰਹੇ ਨੇ ਇਸ ਲਈ। ठीक है जी, जल्दी ना आंसर टाइप कर दो। 2 दी पावर 50 इज डिवाइडेड बाय 7। देखते हैं जी किदा आंसर पहला आता है। विदिन 25 सेकंड सॉल्व हो पाता है या नहीं, तो आप सॉल्व करांगे इत्थे। ठीक है जी, 25 सेकंड हो चुके हैं तुहाडे। तो देखो 2 दी पावर 50 इज डिवाइडेड बाय 7। मैं तुहानू की क्या सी, एक बनाना हुंदा, एक किवें बनेगा, अगर आप ले लांगे 2 दी पावर क्यूब, 2 दी पावर क्यूब ले लांगे, कितना बनेगा 8, इधर रिमाइंडर 1 मोर 7 टू दी पावर क्यूब। हम क्यूब ਨੂੰ ਆਪਾਂ ਕਨਵਰਟ ਕਰਨਾ ਹੈ 50 ਚ, ਤਾਂ ਇਹਦਾ ਮਤਲਬ ਕਰ ਦਈਏ ਪਾਵਰ 16, 1 ਦੀ ਪਾਵਰ 16 मोर 7 है ना। तो 2 ਦੀ ਪਾਵਰ ਇਹ ਹੋ ਗਿਆ 48, ਇਹ ਰਹਿ ਗਿਆ 1 मोर 7। बट ਆਪਾਂ ਨੂੰ ਹਜੇ ਕੀ ਚਾਹੀਦਾ, ਆਪਾਂ ਨੂੰ ਤਾਂ ਚਾਹੀਦਾ 2 ਦੀ ਪਾਵਰ 50, ਤਾਂ 2 ਦੀ ਪਾਵਰ 48 ਆਲਰੇਡੀ ਹੈਗਾ, ਤਾਂ 2 ਦੀ ਪਾਵਰ 2 ਨਾਲ ਇੱਧਰ ਵੀ ਮਲਟੀਪਲਾਈ, 2 ਦੀ ਪਾਵਰ 2 ਨਾਲ ਇੱਧਰ ਵੀ ਮਲਟੀਪਲਾਈ, मोर 7। तो कितना आ गया जी रिमाइंडर, ये हो गया 2 दी पावर 50, ये हो गया 4 मोर 7। आंसर आ गया बी, 4 आंसर इज राइट। क्लियर, 4 आंसर इज राइट। इदा के क्वेश्चन आप एवं डील करांगे।
जिन्होंने ने भी 4 आंसर दिता, बी ऑप्शन दिता, बिल्कुल राइट आंसर है जी उन्होंने। ठीक है जी, क्लियर हो गया। बस कोशिश आपां की करनी है इत्थे बनाने दी 1। जो इत्थे 1 बन गया क्वेश्चन अपना बहुत ही ईजी सिंपल हो जाएगा फिर तो। ठीक है जी, क्वेश्चन नंबर 10, every integer n greater than 1, कोई इंटीजर है जी n greater than 1 can be represented as a product of prime factor in only one way। एवरी इंटीजर कोई n greater than 1 कोई अगर इंटीजर है अपने को as a product of prime factor, prime factor the product, prime factor the product of prime factor in only one way apart from the order of factor। ठीक है जी, ਆਪਾਂ ਉਹਨਾਂ ਦੇ ਜਿਹੜਾ ਆਰਡਰ ਹੈ ਉਹ ਤੋਂ ਅਪਾਰਟ ਮਤਲਬ ਦੋ ਆਪਾਂ ਫੈਕਟ ਉਹਦਾ ਜਿਹੜਾ ਆਰਡਰ ਹੈ ਉਹ ਮੈਟਰ ਨਹੀਂ ਕਰੇਗਾ। ਉਹਦਾ ਜਿਹੜਾ ਪ੍ਰਾਈਮ ਫੈਕਟਰ ਦੀ ਪ੍ਰੋਡਕਟ ਹੈ ਓਨਲੀ ਵਨ ਵੇ ਨਾਲ ਆਪਾਂ ਲਿਖ ਸਕਦੇ ਹਾਂ ਅਪਾਰਟ ਫਰਮ ਦਾ ਆਰਡਰ ਆਫ ਦਾ ਫੈਕਟਰ। ਦਿਸ ਸਟੇਟਮੈਂਟ ਇਜ਼ ਆਫ ਕੀ ਸੀਗੀ ਇਹ ਥਿਓਰਮ, ਮੈਂ ਤੁਹਾਨੂੰ ਕਿਹਾ ਸੀ ਨਾ ਇੱਕ ਥਿਓਰਮ, ਕਿਹੜੀ ਥਿਓਰਮ ਕਿ ਹਰ ਇੱਕ ਪ੍ਰਾਈਮ ਫੈਕਟਰ, ਹਰ ਇੱਕ ਪ੍ਰਾਈਮ मतलब सॉरी हर एक नैचुरल नंबर, हर एक नैचुरल नंबर n ग्रेटर दैन ਉਹਦੇ ਵਿੱਚ ਕੀ ਹੋਏਗਾ ਇੱਕ ਪ੍ਰਾਈਮ ਫੈਕਟਰ ਆਲਵੇਜ਼ ਹੋਏਗਾ ਹੀ ਹੋਏਗਾ, ਇੱਕ ਪ੍ਰਾਈਮ ਫੈਕਟਰ ਉਹ ਆਲਵੇਜ਼ ਹੋਏਗਾ ਹੀ ਹੋਏਗਾ। ਠੀਕ ਹੈ ਜੀ, ਉਹੀ ਗੱਲ ਨੇ ਕਹੀ ਹੈ ਕਿ ਪ੍ਰਾਈਮ ਫੈਕਟਰ ਇਨ ਓਨਲੀ ਵਨ ਵੇ ਅਪਾਰਟ ਫਰਮ ਦਾ ਆਰਡਰ। ਆਰਡਰ ਉਹਦਾ ਹੋ ਸਕਦਾ ਹੈ, ਹੋ ਸਕਦਾ ਵੀ 2 ਦੀ ਪਾਵਰ 2 ਹੋਵੇ ਜਾਂ ਜਿਵੇਂ ਪ੍ਰਾਈਮ ਫੈਕਟਰ 3 ਆ ਗਿਆ 3 ਦੀ ਪਾਵਰ 2 ਹੋ ਸਕਦਾ ਹੈ, ਬਟ ਕੀ ਹੋਏਗਾ ਇੱਕ ਪ੍ਰਾਈਮ ਫੈਕਟਰ ਓਨਲੀ ਵਨ ਵੇ। ਤਾਂ ਇਹ ਕਿਹੜੀ ਥਿਓਰਮ ਸੀਗੀ, ਇਹ ਥਿਓਰਮ ਸੀਗੀ ਫੰਡਾਮੈਂਟਲ ਥਿਓਰਮ ਆਫ ਅਰਥਮੈਟਿਕ। ਇਹ ਆਪਾਂ ਕਲਾਸ ਦੇ ਵਿੱਚ ਨਹੀਂ ਕੀਤੀ, ਇਹ ਜਾਣਬੁੱਝ ਕੇ ਨਹੀਂ ਕੀਤੀ ਕਿਉਂਕਿ ਜਦੋਂ MCQ ਆਏਗਾ ਉਦੋਂ ਆਪਾਂ ਨੂੰ ਡੀਲ ਕਰਨਾ ਸੀਗਾ, ਤਾਂ ਇਹ ਥਿਓਰਮ ਆਪਣੀ ਡੀਲ ਹੋ ਚੁੱਕੀ ਹੈ ਜੀ। ਫੰਡਾਮੈਂਟਲ ਥਿਓਰਮ ਆਫ ਅਰਥਮੈਟਿਕ ਤੁਸੀਂ ਨੋਟ ਕਰ ਸਕਦੇ ਹੋ। ਫੰਡਾਮੈਂਟਲ ਅਰਥਮੈਟਿਕ ਥਿਓਰਮ ਦੀ ਸਟੇਟਮੈਂਟ ਹੈਗੀ ਹੈ ਜੀ, every integer n greater than 1 can be represented as a product of prime factor in only one way apart from the order of merit। अगर अपार्ट फ्रॉम आ गया ना, अपार्ट फ्रॉम ऑर्डर, इसका मतलब केड़ी थ्योरम है फंडामेंटल थ्योरम ऑफ अर्थमेटिक, अपार्ट फ्रॉम ऑर्डर। ठीक है जी, अपार्ट फ्रॉम ऑर्डर। क्लियर। क्वेश्चन नंबर 10, क्वेश्चन नंबर 11, द नंबर ऑफ परमिटिव रूट ऑफ 13, 13 ਦੇ परमिटिव रूट ਦੱਸਣੇ ਨੇ ਜੀ ਆਪਾਂ। द नंबर ऑफ परमिटिव रूट ऑफ 13, परमिटिव रूट देखते हैं जी किनू आंदा है, हिंट दे देंगे जी। परमिटिव रूट का मतलब होंगे, देखो वैसे तो अगर आप 13 सॉल्व करना हो तो आप सॉल्व करते हैं 5 13। ठीक है जी, परमिटिव रूट के एक 5 अपने को होर आ जाएगा। चलो हम सॉल्व कर 5 एक होर आ जाएगा, डबल 5 आएंगे परमिटिव रूट के। तो हम इसका आंसर दस दो, साडा टाइम शुरू हो गया जी। 20 सैकेंड तुसीं आंसर देना है। 5 of 5 13 परमिटिव रूट का मतलब होता है 2 5 डबल 5। चलो टाइम बस देखते हैं जी। 5 प्यार 5 13 13 की है प्राइम है, तो इन्हों आप लिख सकते हैं 13 माइनस 1 सॉल्व हो गया। तो कितना आ गया 5 12। हम 5 12 में सॉल्व करना है, 5 12 में आप लिख सकते हैं 3 into 4, 3 into 4। बट इन्हों आप डिफरेंट नहीं कर सकते, डिफरेंट कर नहीं सकते क्योंकि आता प्राइम है, आ प्राइम नहीं है। तो 12 दे फैक्टर कर लो, 12 दे 2 6 2 3 3 1 और 2 दी पावर 2 3। ਹੁਣ ਇਹਨਾਂ ਨੂੰ ਆਪਾਂ डिफरेंट कर सकते हैं, कर लो जी। 5 2 दी पावर 2 अलग हो गया, 5 3 अलग हो गया क्योंकि आ भी प्राइम 2 दी पावर 2 ਨੂੰ ਕੀ कर सकते हैं 2 दी पावर 2 माइनस 2 दी पावर 1, 3 ਨੂੰ 3 माइनस 1 ਤਾਂ ਕਿੰਨਾ ਹੋ ਗਿਆ ਜੀ 4 माइनस 2, ये हो गया 2 2 into 2 ये आ 4। तो वैसे ही आप आंसर याद किया होया 4, 5 12 का आंसर कितना होगा 4। आंसर आ गया अपने को 4।
डी ऑप्शन बिल्कुल राइट है जी। 11 क्वेश्चन का जिन्होंने भी डी दिता बिल्कुल राइट आंसर है। ठीक है जी, मूव करिए क्वेश्चन नंबर 12। The number of integral solution of 15x more 15x congruent to 24 more 35. 15x congruent 24 more 35 ਤਾਂ ਕੀ ਮੈਥਡ ਦੱਸਿਆ ਸੀ ਆਪਾਂ 15 ਤੇ 34 ਯਾਨੀ ਕਿ a ਤੇ m ਦਾ GCD ਅਗਰ b ਨੂੰ ਡਿਵਾਈਡ ਕਰੇਗਾ ਤਾਂ ਸੋਲੂਸ਼ਨ ਹੋਣਗੇ ਐਡਜਸਟ और किन्ने होंगे जिन्ना GCD होएगा। अगर A ते M का GCD B ਨੂੰ डिवाइड नहीं करेगा तो होएगा नो सॉल्यूशन। जल्दी दस दो जी आंसर 15 ते 35 का GCD कितना आएगा जी। GCD 15 ਤੇ 35 ਦਾ GCD ਆ ਗਿਆ 5। ठीक है जी, ਹੁਣ देखो कि 24 ਨੂੰ 5 डिवाइड कर रहा है नहीं कर रहा तो ਇਹਦਾ मतलब नो सॉल्यूशन। नो सॉल्यूशन मीन्स जीरो सॉल्यूशन। जीरो ऑप्शन नंबर ए जीरो सॉल्यूशन। तो जिन्होंने भी ए ऑप्शन दिता बिल्कुल राइट है जी आंसर। ए ऑप्शन राइट जीरो सॉल्यूशन। क्वेश्चन नंबर 13 फाइंड हाईएस्ट पावर ऑफ 5 डिवाइडिंग 1000 फैक्टोरियल। चलो देखते हैं कौन करता है क्वेश्चन ਨੂੰ 20 ਸੈਕਿੰਡ ਤੁਹਾਡੇ ਕੋਲ ਹੈਗੇ ਨੇ ਜੀ 20 ਸੈਕਿੰਡ ਜਲਦੀ ਨਾਲ ਇਹਦਾ ਆਨਸਰ ਟਾਈਪ ਕਰਿਓ। ਦੇਖਦੇ ਹਾਂ ਜੀ ਕੌਣ ਕਰਦਾ ਹੈ 1000 ਨੂੰ 5 ਨਾਲ ਆਪਾਂ ਡਿਵਾਈਡ ਕਰਨਾ ਹੈਗਾ। ਤਾਂ ਬਿਲਕੁਲ ਹੀ ਈਜ਼ੀ ਕੁਐਸਚਨ ਹੈ ਆਪਾਂ ਇਹਦਾ ਮੈਥਡ ਕੀਤਾ ਸੀਗਾ। ਜਲਦੀ ਤੁਸੀਂ ਆਨਸਰ ਇਹਦਾ ਟਾਈਪ ਕਰ ਦਿਓ। ਕੀ ਕਰਾਂਗੇ ਜੀ 1000 ਨੂੰ ਆਪਾਂ ਡਿਵਾਈਡ ਕਰਨਾ ਸਭ ਤੋਂ ਪਹਿਲੇ 5 ਨਾਲ 5 ਨਾਲ ਕੀਤਾ 200 ਫਿਰ 1000 ਨੂੰ ਆਪਾਂ ਡਿਵਾਈਡ ਕਰਨਾ ਹੈ 5 ਦੀ ਪਾਵਰ 2 ਨਾਲ ਯਾਨੀ ਕਿ 1000 ਨੂੰ डिवाइड करना है 25 ਨਾਲ 25 ਨਾਲ ਕਰਾਂਗੇ ਤਾਂ 40। ठीक है जी 40 फिर अपने को आएगा 1000 ਨੂੰ डिवाइड करना है 5 ਦੀ ਪਾਵਰ 3 ਨਾਲ यानी कि 1000 ਨੂੰ डिवाइड करना है 125 ਨਾਲ 125 ਨਾਲ ਕਰਾਂਗੇ ਤਾਂ 8 आएगा। यस 8 आ फिर ਆਪਾਂ करना है 1000 ਨੂੰ 5 ਦੀ ਪਾਵਰ 4 ਨਾਲ तो कितना आएगा जी 1000 ਨੂੰ डिवाइड करना है 625 ਨਾਲ ਤਾਂ ਉਹ आएगा ओनली 1। इस तो अगे आप हो जाएगा नहीं कर सकते जीरो ही आएगा तो इन्होंने ऐड कर लो 240 48 49 आंसर आ गया ए 249। तो जिन्होंने भी ए ऑप्शन दिता 249 आंसर दिता बिल्कुल राइट आंसर है जी 249। क्लियर 249 ठीक है जी वो करिए। नेक्स्ट क्वेश्चन 14 द रिमाइंडर when 5 the power 50 is divided by 7 5 the power 50 डिवाइड करना है 7 ਨਾਲ जल्दी करो जी दो क्वेश्चन इस तो पहला कर चुके हैं इस टाइप दे is divided by 7 की प्रोसेस रहेगा कोशिश रहेगी कि बनाने दी 1 बनाने दी कोशिश रहेगी 1 बनाने दी। देखो जी किवें करांगे फिर 5 दी पावर 50 ओनली 5 लवांगे तो रिमाइंडर -2 5 दी पावर 2 लवांगे 25 25 ਨੂੰ ਕਰਾਂਗੇ 7 ਤੇ 21 ਹੋਰ ਰਿਮਾइंडर या फिर 7 चौका 28 -3 रिमाइंडर। अगर आप लेने 5 दी पावर 3 125 125 ਨੂੰ ਕਰੋ 7 ਨਾਲ ਡਿਵਾਈਡ हाँ साथ 126 7 एरिया 56 5 ਇੱਥੇ ਆਏਗਾ ਰਿਮਾइंडर -1 और -1 ਚੱਕ ਦਾਂਗੇ बस
ਕੱਟ ਲਓ ਜੀ -1 5 ਦੀ ਪਾਵਰ 3 -1 ਹੋਰ 7 5 ਦੀ ਪਾਵਰ ਹੁਣ ਆਪਾਂ ਨੂੰ 50 ਚਾਹੀਦੀ ਹੈ ਤਾਂ 6 दोनों साइड की कर देंगे 16 पावर कर देंगे -1 की पावर 16 और 7 कितना होगा जी 5 की पावर 48 1 और 7 क्योंकि यदि पावर इवन है तो यह हो जाएगी पॉजिटिव तो हम अपन 5 की पावर 50 चाहिए तो दोनों साइड 5 की पावर 2 नाल आप कर देंगे मल्टीप्लाई 5 की पावर 2 5 की पावर 2 इधर कितना हो गया जी 5 की पावर 50 इतने कितना हो गया 25 मोर बट आप 25 नहीं लिख सकते इतने आप लिखांगे 5 की पावर 50 इतने आप लिख सकते हैं 4 7 ते 21 4 रिमाइंडर बचेगा इन्हों भी ऐड करना पड़ेगा अपने को रिमाइंडर कितना आ गया 4 सी ऑप्शन राइट सी ऑप्शन क्लियर जी क्वेश्चन नंबर 14 डन question number 15 if a b are odd integer then a square plus b square a and b की ने odd हैगे ने a square plus b square दसो जी की होएगा बिल्कुल बच्चा वाला क्वेश्चन हैगा बट फिर भी ਇਹਦੇ ਵਿੱਚ ਗਲਤੀਆਂ ਹੋ ਜਾਂਦੀਆਂ ਤਾਂ within 5 seconds ਤੁਸੀਂ ਆਨਸਰ ਦੱਸੋ a ਤੇ b odd ਨੇ a square plus b square ਕੀ ਹੋਏਗਾ odd even neither even nor odd prime हाँ जी ठीक है जी टाइम आवर देखो ए ते भी और ए ले लो 3 बी ले लो 5 ए स्क्वायर करो 9 प्लस बी स्क्वायर करो 25 तो ए आएगा 34 ओड प्लस ओड देखो आ भी ओड बनेगा ओड नंबर का स्क्वायर ओड बनेगा ओड नंबर का स्क्वायर ओड बनेगा ठीक है जी उन्होंने दी प्लस जो है वो इवन बनेगी ओड प्लस ओड अगर ओड प्लस ओड करते हैं आप तो की बनता है इवन बनता है देखो 7 + 7 ओड है दोनों 7 + 3 ओड है दोनों तो बन रहा है इवन तो आंसर आएगा बी ऑप्शन इवन तो जिन्होंने बी ऑप्शन दिता बिल्कुल राइट है जी जिन्होंने नाइदर इवन नॉर ओड दिता वो बिल्कुल रॉन्ग ने ओड वाले भी रॉन्ग ने ते प्राइम वाले भी रॉन्ग ऑप्शन आएगा सिर्फ बी इवन 16 A composite number has composite number ਕਿਹੜਾ ਹੋਏਗਾ ਜੀ ਉਹਦੇ ਕੋਲੇ ਦੋ ਡਿਵਾਈਜ਼ਰ ਹੋਣਗੇ at least 3 ਡਿਵਾਈਜ਼ਰ ਹੋਣਗੇ only 1 ਡਿਵਾਈਜ਼ਰ ਹੋਏਗਾ ਜਾਂ no ਡਿਵਾਈਜ਼ਰ ਹੋਏਗਾ ਤਾਂ 10 ਸੈਕਿੰਡ ਤੁਹਾਡੇ ਕੋਲ ਨੇ ਬਿਲਕੁਲ ਆਨਸਰ ਤੁਸੀਂ ਟਾਈਪ ਕਰ ਸਕਦੇ ਹੋ ਆਪਣਾ ਜੀ ਇਹ ਕੰਪੋਜ਼ਿਟ ਨੰਬਰ ਜਿਹੜਾ ਹੈਗਾ ਉਹ ਕਿਹੜਾ ਹੋਏਗਾ ਕੰਪੋਜ਼ਿਟ ਨੰਬਰ ਦੱਸੋ ਜੀ ਕੰਪੋਜ਼ਿਟ ਨੰਬਰ ਦੇਖੋ ਜੀ ਕੰਪੋਜ਼ਿਟ ਨੰਬਰ ਕੋਲੇ ਇੱਕ ਤਾਂ ਇਟਸੈਲਫ ਉਹਦਾ ਡਿਵਾਈਜ਼ਰ ਹੋਏਗਾ ਇਟਸੈਲਫ है ना एक 1 होएगा एक इटसेल्फ एक 1 दो ਤਾਂ ਹੋ ਗਏ और तीसरा ਉਹ 2 ਨਾਲ ਵੀ ਡਿਵਾਈਡ ਹੋਣਾ ਹੀ ਚਾਹੀਦਾ ਜਾਂ ਕਿਸੇ ਅਦਰ ਨੰਬਰ ਨਾਲ 2 ਨਾਲ ਕਹਿ ਦੋ ਜਾਂ ਕਿਸੇ ਅਦਰ ਨੰਬਰ ਨਾਲ ਉਸੇ ਉਹੀ ਕੰਪੋਜ਼ਿਟ ਨੰਬਰ ਹੁੰਦਾ ਤਾਂ ਮਿਨੀਮਮ ਉਹਦੇ ਕੋਲੇ 3 ਡਿਵਾਈਜ਼ਰ एट लिस्ट 3 ਡਿਵਾਈਜ਼ਰ ਤਾਂ ਹੋਣੇ ਜ਼ਰੂਰੀ ਹੈ ਇੱਕ ਤਾਂ ਇਟਸੈਲਫ ਇੱਕ 1 ਇੱਕ ਹੋਰ ਕੋਈ ਨੰਬਰ अगर होर कोई नंबर नाल डिवाइड ना होएगा वो तो प्राइम बन जाएगा ये तो प्राइम की कंडीशन रहेगी इसका मतलब मिनिमम 8 लिस्ट 3 डिवाइजर ਉਹਦੇ ਕੋਲ ਹੋਣੇ ਜ਼ਰੂਰੀ ਨੇ ਤਾਂ ਆਪਸ਼ਨ ਨੰਬਰ ਬੀ ਰਾਈਟ 8 ਲਿਸਟ 3 डिवाइजर ਉਹਦੇ ਕੋਲੇ ਹੋਣਗੇ ਤਾਂ ਹੀ ਉਹ ਕੰਪੋਜ਼ਿਟ ਨੰਬਰ ਬਣ ਸਕਦਾ ਠੀਕ ਹੈ ਜੀ ਆਨਸਰ ਬੀ 8 ਲਿਸਟ 3 डिवाइजर ਘੱਟੋ ਘੱਟ 3 ਹੋਣੇ ਚਾਹੀਦੇ ਆ ਵੱਧ ਚਾਹੇ ਕਿੰਨੇ ਵੀ ਹੋਣ ਉਹਨੂੰ ਆਪਾਂ ਕੰਪੋਜ਼ਿਟ ਬੋਲਦਾ ਓਕੇ ਜੀ ਬਟ ਇੱਕ 2 ਨੰਬਰ ਆਪਣੇ ਕੋਲ ਐਸਾ ਹੈਗਾ ਜਿਹਦੇ ਕੋਲ 3 ਡਿਵਾਈਜ਼ਰ ਨੇ ਇੱਕ ਤਾਂ 1 ਵੀ ਹੈਗਾ ਇਟਸੈਲਫ ਵੀ ਹੈ ਔਰ 2 ਡਿਵਾਈਜ਼ਰ ਵੀ ਹੈਗਾ ਠੀਕ ਹੈ ਜੀ ਬਟ ਇਹ ਐਸਾ ਨੰਬਰ ਹੈਗਾ ਜੋ ਪ੍ਰਾਈਮ ਦੇ ਵਿੱਚ ਆਉਂਦਾ ਹੈ ਪ੍ਰਾਈਮ ਦੇ ਵਿੱਚ ਔਰ ਪ੍ਰਾਈਮ ਵੀ ਕਿਹੜਾ ਇਵਨ ਪ੍ਰਾਈਮ ਠੀਕ ਹੈ ਜੀ 2 ਜਿਹੜਾ ਹੈਗਾ ਇਹ ਇੱਕ ਐਸਾ ਨੰਬਰ ਹੈਗਾ ਜਿਹਦੇ ਕੋਲ 3 ਡਿਵਾਈਜ਼ਰ ਨੇ बट ये की चाहता है प्राइम चाहता है और इवन प्राइम चाहता है इस गल को तुसीं ध्यान रखना है
ਜਿਹੜਾ 2 ਹੋਏਗਾ ਉਹ ਕੰਪੋजिट नहीं प्राइम ਚ ਆਏਗਾ। ਬਾਕੀ ਜਿੰਨੇ ਵੀ ਨੰਬਰ ਹੈਗੇ ਨੇ ਜਿਨ੍ਹਾਂ ਕੋਲੇ एट लीस्ट 3 डिवाइजर ਹੋਣਗੇ ਉਹ ਕੀ ਆਉਣਗੇ ਕੰਪੋजिट ਆਉਣਗੇ। क्लियर। क्वेश्चन नंबर 70 the product of three consecutive number is divisible by ਤਾਂ ਆਪਾਂ ਕੀਤਾ ਸੀ ਜੀ ਕਲਾਸ ਦੇ ਵਿੱਚ ਤਿੰਨ ਕੰਸਟੀਟਿਊਟਿਵ ਨੰਬਰ ਇੰਟੀਜ਼ਰ ਜਿਹੜੇ ਹੈਗੇ ਨੇ ਉਹ ਡਿਵੀਜ਼ੀਬਲ ਕਿਹਦੇ ਨਾਲ ਹੁੰਦੇ ਨੇ ਤਾਂ ਉਹ ਹੁੰਦੇ ਨੇ ਜੀ 3 ਦੇ ਨਾਲ ਹੀ है ना तीनों होंगे ने। दसो जी विद इन सेकंड तुसी आंसर टाइप करो अपना। आंसर आएगा एदा 3 वो ऑलवेज किदे नाल डिवाइड होंदे ने 3 नाल डिवाइड। ठीक है जी कंपोजिट नंबर जिहड़े भी होंदे ने तीन कंस्टिट्यूटिव नंबर अगर हैगे ने तो किदे नाल डिवाइड होंगे 3 नाल। बिल्कुल राइट आंसर ए ऑप्शन 3 ही आएगा। 3 फैक्टोरियल नहीं आएगा। ठीक है जी 3 फैक्टोरियल नहीं आएगा ओनली 3 ओनली 3। ठीक है जी आ वाला आंसर राइट। Question number 18 3x congruent to more 3x congruent 5 more 7 has unique solution no solution 7 solution infinite many solution। देखो जी की करांगे 3 और 7 का जीसीडी चेक करांगे कितना आएगा 1 आएगा। फिर 1 5 ਨੂੰ डिवाइड कर रहे हैं यस कर रहे हैं तो कितना सॉल्यूशन एग्जिस्ट कर गए ना जी एग्जिस्ट करने जिन्ना इन्ना दा है जीसीडी कितना आया 1 सॉल्यूशन आया यूनिक ए ऑप्शन राइट यूनिक मींस 1 सॉल्यूशन ए ऑप्शन राइट तो जिन्होंने भी ए ऑप्शन दिता बिल्कुल राइट है जी बिल्कुल 5 सेकंड का क्वेश्चन सीगा। क्वेश्चन नंबर 19 for any integer a belong to z mark the correct statement। a कोई इंटीजर हैगा जी करेक्ट स्टेटमेंट दसनी है कि a 1 ਨੂੰ डिवाइड करेगा या 1 a ਨੂੰ डिवाइड करेगा या 0 a ਨੂੰ डिवाइड करेगा none of these। देखो पहली स्टेटमेंट का की मींस हैगा पहली स्टेटमेंट का मींस हैगा 1 अपॉन दूसरी का हैगा a अपॉन 1 तीसरी का हैगा a अपॉन 0 चौथी का तुहानू पता ही है none। हम देख लो किहड़ी राइट है देख लो 1 अपॉन ए देखो 1 अपॉन इंटीजर में अगर 2 ले लो ये तो डिवाइड नहीं कर रहे नॉट पॉसिबल। देखो 0 किसी भी नंबर के नीचे अगर 0 आ जाती है तो नोट डिफाइंड ही हो जाता है इन्हें डिवाइड ही कितों करना है तो आप खुद ही नोट डिफाइंड हो गया नंबर ही नोट डिफाइंड हो गया डिवाइड तो कर तो ए डिवाइड बाय 1 ये आप कुछ भी लै लीए 5 लै लो उन्होंने 1 भी डिवाइड करेगा 7 लै लो 1 डिवाइड करेगा 1 लाख लै लो उन्होंने भी 1 डिवाइड करेगा। ठीक है जी कोई भी इंटीजर तुम लै सकते हो उन्होंने 1 डिवाइड करेगा ही करेगा ये अपना राइट ऑप्शन हो गया बी 1 डिवाइड्स ए। ठीक है जी 1 ए नु डिवाइड करेगा ही करेगा ए डिवाइड बाय 1 ऑलवेज बी ऑप्शन राइट। क्लियर। लो क्वेश्चन नंबर 20 बी नॉट इक्वल टू 0 बी 0 नहीं हैगा जी बी जिहड़ा हैगा वो 0 नहीं हैगा और बिलोंग करता है इंटीजर में बिलोंग भी करता है इंटीजर में दैन विच स्टेटमेंट इज करैक्ट दसो जी केड़ी स्टेटमेंट करैक्ट हैगी है। पिछले क्वेश्चन दे विच तो मैं तुहानू दसता सीगा बी दा मतलब ये है कि नहीं दसना तो दसो जी जल्दी दसो जी नन ऑफ दिस। चलो दस देने जी ਇਹਦਾ मतलब हो गया b डिवाइड बाय 0 b डिवाइड बाय 0 ਤਾਂ ਫਿਰ ਨੋਟ ਡਿਫਾਈਂਡ ਹੋ ਗਿਆ नॉट डिफाइंड 0 नॉट डिवाइड बाय b ਕੀ ਹੋਗਾ 0 ਨੂੰ ਤਾਂ ਕਿਸੇ ਵੀ ਨੰਬਰ ਨਾਲ ਆਪਾਂ ਡਿਵਾਈਡ ਕਰ ਸਕਦੇ ਹਾਂ ਹੋ ਹੀ ਜਾਏਗਾ ਤਾਂ ਇੱਥੇ ਤਾਂ ਨੋਟ ਪਾਇਆ ਹੋਇਆ ਇਹ ਵੀ ਰੋਂਗ ਹੋ ਗਿਆ आ ऑप्शन राइट हो गया ए 0 डिवाइड बाय बी तो 0 ਨੂੰ कोई भी नंबर ਨਾਲ ਆਪਾਂ डिवाइड कर सकते हैं जी तो ऑप्शन राइट हो गया ए। क्लियर जिन्होंने ए ऑप्शन दिता बिल्कुल राइट है जी 0 डिवाइड बाय ए। क्वेश्चन नंबर 21 द एलसीएम ऑफ 3 and 21 is if GCD 3
GCD 3 ਗਿਵਨ ਹੈਗਾ ਜੀ, ਐਲਸੀਐਮ ਫਾਈਂਡ ਕਰਨਾ ਹੈ ਤਾਂ ਆਪਣੇ ਕੋਲ ਇੱਕ ਥਿਓਰਮ ਸੀਗੀ ਬਹੁਤ ਇੰਪੋਰਟੈਂਟ, GCD into LCM ਇਕੁਅਲ ਟੂ A ਡਾਟ B। ਇਹ ਕੁਐਸਚਨ ਆਪਣੇ ਐਗਜ਼ਾਮ ਦੇ ਵਿੱਚ ਆਇਆ ਹੋਇਆ ਹੈ ਹੁਣੇ ਹੀ ਪਿੱਛੇ ਮਾਸਟਰ ਅਕੈਡਮੀ ਬੈਕਲੌਗ ਦੇ ਵਿੱਚ, ਠੀਕ ਹੈ। ਜਦੋਂ ਆਪਾਂ ਪ੍ਰੀਵੀਅਸ ਕੁਐਸਚਨ ਕਰਾਂਗੇ ਤੁਹਾਨੂੰ ਦੇਖਣ ਨੂੰ ਮਿਲੇਗਾ। ਹੁਣ GCD ਆਪਾਂ ਨੂੰ ਕਿੰਨਾ ਗਿਵਨ ਹੈਗਾ 3, LCM ਆਪਾਂ ਫਾਈਂਡ ਕਰਨਾ ਹੈ। ਦੋ ਨੰਬਰ ਕੌਣ से ने 3 into 21 ਤਾਂ 3 ਨਾਲ 3 कैंसिल, LCM कितना आ गया, LCM आ गया 21, ऑप्शन नंबर सी। जिन्होंने सी ऑप्शन दिता बिल्कुल राइट है जी, ऑप्शन सी ऑप्शन करैक्ट। 21 क्वेश्चन का 21 ही आंसर, देखो जी कितनी बढ़िया गल हैगी है। 21 क्वेश्चन का आंसर भी 21। इदा कदे कदे ही होंदा है कि सेम क्वेश्चन नंबर का सेम आंसर आ जाए, तो इत्थे हो गया जी 21 का आंसर भी आ गया 21। क्वेश्चन नंबर 22, द नंबर ऑफ फैक्टर ऑफ प्राइम नंबर आर नंबर ऑफ फैक्टर्स। प्राइम नंबर दे कितने फैक्टर होंदे ने जी दसो। डिपेंड ऑन द प्राइम नंबर, किसी ऑप्शन राइट होएगा या फिर 3 या फिर 2 या फिर नन ऑफ द मेंशन्ड। द नंबर ऑफ फैक्टर्स ऑफ प्राइम नंबर, बहुत ज़्यादा कन्फ्यूज होंगे इस क्वेश्चन दे विच। नंबर ऑफ फैक्टर्स ऑफ प्राइम नंबर डिपेंड ऑन द प्राइम नंबर आ ठीक लग रहा है जी, जच रहा है। बड़ी सारी स्टेटमेंट हैगी है, तुक्के के हिसाब नाल जच रहा है आपां नूं, तां यही हो सकता करैक्ट होवे, डिपेंड ऑन द प्राइम नंबर, है ना। चलो जी टाइम तो ओवर होने वाला जी, जल्दी आंसर दिओ। सी ऑप्शन, ए ऑप्शन, बी ऑप्शन या डी ऑप्शन। ठीक है जी टाइम ओवर हो गया। तो जी देखो नन ऑफ द मेंशन्ड, डिपेंड ऑन द प्राइम नंबर, 3 2। तो देखो जी बड़ी सारी स्टेटमेंट दे नाल नहीं जाना, डिपेंड ऑन द प्राइम नंबर। ਇਹਦਾ ਕੀ ਤੁੱਕ ਬਣਿਆ डिपेंड, अगर 3 ਲੈ ਲਓ 7 ਲੈ ਲਓ 11 ਲੈ ਲਓ 13 ਲੈ ਲਓ, ਇਹ ਤੇ ਕੀ ਡਿਪੈਂਡ ਕਰਦਾ ਇਹਨੇ ਫੈਕਟਰ ਨੇ। फैक्टर तो हमेशा दो ही होंगे, प्राइम नंबर के फैक्टर हमेशा दो ही होंगे, एक 1 एक इटसेल्फ। बड़ी सारी स्टेटमेंट सी ऑप्शन कन्फ्यूज करने वास्ते सीगा जी, डिपेंड ऑन द प्राइम नंबर। प्राइम नंबर ते उन्हें की डिपेंड करना, प्राइम नंबर ते तां डिपेंड तां कंपोजिट नंबर करदे हुंदे ने, डिपेंड अपॉन द कंपोजिट नंबर की कंपोजिट नंबर किहड़ा है ਉਹਦੇ फैक्टर ਤਾਂ अलग-अलग हो सकते हैं कि 4 ਦੇ घट होंगे, 8 ਦੇ ज़्यादा होंगे, 16 ਦੇ होर ज़्यादा फैक्टर होंगे, बट प्राइम नंबर के फैक्टर तो ऑलवेज दो होंगे, 1 ਤੇ इटसेल्फ। ਇਹਨੇ ਕੀ डिपेंड करना प्राइम नंबर ਤੇ, ਤਾਂ ਇੱਥੇ ਆਪਣੇ ਕੋਲੇ ऑप्शन राइट होगी ए, 2 राइट आंसर, ऑप्शन नंबर ए। ਤਾਂ ਜਿਨ੍ਹਾਂ ਨੇ ए ਦਿੱਤਾ ਵੈਲ ਗੁੱਡ जी, उन्होंने समझ हैगी है पूरी कंसैप्ट दी। जिन्होंने सी दिता बिल्कुल रॉन्ग आंसर, डिपेंड ऑन द प्राइम नंबर कदे भी नहीं होएगा, ये कन्फ्यूजिंग सीगा, लालच सीगा ਆਪਾਂ ਨੂੰ, ठीक है जी फसाउण वास्ते। बट अगर अपने को इत्थे ही कंपोजिट नंबर का क्वेश्चन आ जाए, फिर आप कह सकते हैं डिपेंड ऑन द कंपोजिट नंबर। जे क्वेश्चन होंदा द नंबर ऑफ फैक्टर्स ऑफ कंपोजिट नंबर आर, तो फिर आप कंपोजिट नंबर दे नहीं दस सकते, 4 ਦੇ अलग होंगे, 6 ਦੇ अलग होंगे, 8 ਦੇ अलग होंगे, 16 ਦੇ 24 ਦੇ ਉਹਨਾਂ ਦੇ अलग-अलग होंगे। बट प्राइम फैक्टर तो प्राइम नंबर का कोई भी चक लो, उन्होंने तो सिर्फ 2 ही होंगे, 1 और इटसेल्फ। क्लियर? क्वेश्चन नंबर 22 क्लियर, प्लीज थम्स अप दे दो अगर क्वेश्चन नंबर 22 क्लियर है तो, डन हो गया था। ठीक है जी चलो क्वेश्चन नंबर 23, व्हाट इज द नंबर 1। नंबर 1 की है, प्राइम नंबर है, कंपोजिट नंबर है, नाइदर प्राइम नॉर कंपोजिट या नन ऑफ द मेंशन। कन्फ्यूजिंग क्वेश्चन जी। व्हाट इज द नंबर 1, एक नंबर जिहड़ा हुंदा है वो की बोलते हैं, प्राइम, कंपोजिट, नाइदर प्राइम नॉर कंपोजिट, नन ऑफ द मेंशन। ठीक है जी देख लो, 1 तो राजा है जी, किसी नाल मल्टीप्लाई कर लो, किसी नाल भी डिवाइड कर लो, ठीक है जी 1। 1 ਜਿਹੜਾ ਵਿਚਾਰਾ ਹੈਗਾ ਇਹ ਆਂਦਾ ਹੈ ਕਿਸ ਕੈਟਾਗਰੀ ਦੇ ਵਿੱਚ, ਨਾਈਦਰ ਪ੍ਰਾइम ਨੋਰ ਕੰਪੋजिट, ऑप्शन नंबर सी। क्योंकि 1 ਨੂੰ ਆਪਾਂ ਪ੍ਰਾइम भी नहीं बोल सकते, ਪ੍ਰਾइम ਤਾਂ ਹੁੰਦਾ ਹੀ ਨਹੀਂ, ਪ੍ਰਾइम ਤਾਂ n greater than 1 ਤੋਂ ਸ਼ੁਰੂ ਹੁੰਦੇ ਨੇ, 2 ਤੋਂ ਸ਼ੁਰੂ ਹੁੰਦੇ ਨੇ, ਤੇ ਕੰਪੋजिट ਇਹ ਹੈ ਨਹੀਂਗਾ ਜੀ, ਠੀਕ ਹੈ ਜੀ। ਤਾਂ ਇਹ ਨਾਈਦਰ ਪ੍ਰਾइम ਨੋਰ ਕੰਪੋजिट, ऑप्शन नंबर सी ਜਿਹੜਾ ਹੈਗਾ
वो बिल्कुल राइट है। सी ऑप्शन जिन्होंने दिता बिल्कुल राइट, और जिन्होंने बी दिता कंपोजिट वो भी रॉन्ग, जिन्होंने ए दिता प्राइम वो भी रॉन्ग। ठीक है जी, तो सी ऑप्शन जिहड़ा है बिल्कुल राइट है, नाइदर प्राइम नोर कंपोजिट। क्लियर, चलो जी। क्वेश्चन नंबर 24, हाउ मेनी प्राइम नंबर आर देयर बिटवीन 1 एंड 20? 1 और 20 ਦੇ ਵਿੱਚ ਕਿੰਨੇ ਪ੍ਰਾਈਮ ਨੰਬਰ ਹੈਗੇ ਨੇ ਜੀ, ਲਾਈਕ ਕਰਦੇ ਨੇ, ਗਿਣਨ ਲੱਗ ਜਾਓ, ਸ਼ੁਰੂ ਕਰ ਦੋ। ਦੇਖੋ ਆਪਾਂ ਵੀ ਗਿਣਦੇ ਆ, 2 3 5 7 ਕੀ 9 ਆएगा, 9 नो, 11 13 15 आएगा, 15 नो, 17 और 19, 1 2 3 4 5 6 7 8। इंक्रीज कैसे? 1 2 3 4 5 6 7 8 8 बनते हैं जी। ऑप्शन की आएगी फिर, none of the mentioned, राइट आंसर जी। सी वाले तो चकमा खा के बेचारे, सी 7 वाले, ऑप्शन आएगा none of the mentioned। ठीक है जी, 8 बनते हैं, 2 3 5 7 11 13 17 19, कितने बनते हैं? 8 प्राइम नंबर बिटवीन 1 एंड 20। क्लियर, क्वेश्चन नंबर कंफ्यूजिंग क्वेश्चन ਸੀਗਾ, ਇਹਦਾ ਆਨਸਰ ਆ ਰਿਹਾ ਸੀ none of the mentioned। ठीक है, नन करके कन्फ्यूजन ਸੀਗਾ, वैसे तो आप गिन लांगे प्राइम नंबर, कोई खास गल नहीं हैगी, सबनों पता ही होंदा प्राइम नंबर का। ठीक है जी, बट नन करके कन्फ्यूजिंग ਸੀਗਾ, ਤਾਂ ਕਰਕੇ ਇਹਨੂੰ करना जरूरी ਸੀ। क्वेश्चन नंबर 25, सम ऑफ टू डिफरेंट प्राइम नंबर इज ए। दो अगर प्राइम नंबर हो डिफरेंट तो उन्होंने सम की होएगा, प्राइम नंबर ही बनेगा या कंपोजिट बनेगा या इधर प्राइम और कंपोजिट, नन ऑफ द मेंशन। देखो एक प्राइम प्लस प्राइम, प्राइम प्लस प्राइम की बनेगा, जल्दी दसो जी। प्राइम प्लस प्राइम बहुत ज्यादा कंफ्यूजिंग होंगे ये बच्चे, प्राइम प्लस प्राइम। लो जी, 2 2 भी प्राइम, 3 भी प्राइम, कितना बन गया 5, फिर तो प्राइम ही बन गया है ना, प्राइम ही बन गया। चलो जी, लगा दिया ऑप्शन नंबर ए, यस ऑप्शन नंबर ए प्राइम नंबर। ठीक है जी, डन, क्लियर, मूव करिए। बट किधर जी, मूव नहीं कर सकते, प्राइम नहीं बनेगा। ले लो 3 प्लस 7 प्राइम प्राइम कितना बन गया 10, ये तो बन गया कंपोजिट। एक एग्जांपल देख के आप प्राइम नहीं कह सकते, इतने की बन गया कंपोजिट बन गया। ਇਹਦਾ आंसर आएगा सी, आइदर प्राइम और कंपोजिट। हो गई गल क्लियर, ये सीगी सानू गल समझाने वास्ते, इधर प्राइम और कंपोजिट। ठीक है जी, ਇਹਦਾ ਆਪਾਂ ਇੱਕ ਆਪਸ਼ਨ ਤੋਂ 2 + 3 ਤੋਂ ਆਈਡੀਆ ਨਹੀਂ ਲਗਾ ਸਕਦੇ ਕਿ ਇਹ ਪ੍ਰਾइम ਬਣੇਗਾ, ਆਪਾਂ ਨੂੰ ਦੋ ਤਿੰਨ ਐਗਜ਼ਾਮਪਲ ਹੋਰ ਲੈਣੇ ਪੈਣਗੇ। 3 और 7 लेता तो 10 बन गया, ये की बन गया कंपोजिट बन गया। तो आंसर आएगा सी, आइदर प्राइम और कंपोजिट। क्लियर, ठीक है जी, क्लियर। चलो जी, चलो हुण अपना शुरू होएगा प्रीवियस ईयर एमसीक्यू। आर यू रेडी? आर यू रेडी? ठीक है जी, प्रीवियस एमसीक्यू दी मजा आ रहा क्लास लगाने च? दस दो किदां दी लग रही है क्लास। फिर आप चलते हैं प्रीवियस ईयर एमसीक्यूज ते। बिल्कुल थोड़े जे एमसीक्यू ने, क्योंकि एग्जाम दे विच तुसी देखोगे बिल्कुल नंबर थ्योरी दे एक या दो क्वेश्चन ही आने वाले, दो मैक्सिमम दो ही आए ने अज तक। बट बैकलॉग वाले विच हद हो गई सी, वो हद आप देखांगे किन्ने क्वेश्चन की हुई। बट वैसे अगर अपने ਉਹਦੇ ਵਿੱਚ देखिया जाए 60 60 35 82 3704 सिर्फ 2 क्वेश्चन अपने को आए ने। पर जो बैकलॉग वाला
क्वेश्चन पेपर ਸੀਗਾ जून ਦੇ ਵਿੱਚ ਹੋਇਆ, ਉਹਦੇ ਵਿੱਚ ਤਾਂ ਐਂਬਰ ਥਿਓਰੀ ਦੀ ਹੱਦ ਹੀ ਹੋ ਗਈ ਸੀ। ਠੀਕ ਹੈ ਜੀ, ਚਲੋ आज रेडी स्टार्ट करिए। चलो क्वेश्चन नंबर 1 फॉर द इलर फंक्शन 5 6 देखो एज इट इज पेपर ਦੇ ਵਿੱਚੋਂ ਸਕਰੀਨਸ਼ਾਟ ਲਿਆ ਗਿਆ ਹੈ ਜੀ, ताकि ਤੁਹਾਨੂੰ ਈਜ਼ੀ ਰਵੇ, ਬਿਲਕੁਲ ਤੁਹਾਨੂੰ ਪੇਪਰ ਵਾਲੀ ਹੀ ਫੀਲਿੰਗ ਆਵੇ, ਬਿਲਕੁਲ ਪਤਾ ਲੱਗੇ ਤੁਹਾਨੂੰ ਕਿ ਪੇਪਰ ਦਾ ਹੀ ਕੁਐਸਚਨ ਹੈਗਾ। ਠੀਕ ਹੈ ਜੀ, ਤਾਂ ਫਾਈਂਡ ਫॉर द ਇਲਰ ਫੰਕਸ਼ਨ 5 ਦੇਖੋ ਤੁਹਾਡੇ y ਹੰਸ ਦਾ ਖੇਲ ਹੈਗਾ, ਜਿਨ੍ਹਾਂ ਨੇ ਵੀ ਨੰਬਰ ਥਿਓਰੀ ਦੀਆਂ 3 ਕਲਾਸਾਂ ਲਗਾਈਆਂ 5 6 y ਹੰਸ ਦਾ ਖੇਲ, ਇਹ ਆਇਆ ਹੋਇਆ ਜੀ 60 ਦੇ ਵਿੱਚ। ਤਾਂ ਕਰ ਦੋ ਜੀ, ਇਹ ਆਪਾਂ ਡੀਲ ਵੀ ਕੀਤਾ ਸ਼ਾਇਦ ਅੱਜ 5 6, ਤਾਂ 5 6 ਨੂੰ ਕੀ ਲਿਖ ਸਕਦੇ ਆਪਾਂ 2 into 3, ਦੋਨੋਂ ਪ੍ਰਾਈਮ ਨੇ ਤਾਂ ਅਲੱਗ ਅਲੱਗ ਕਰ ਸਕਦੇ ਹਾਂ 5 2 5 3। ਠੀਕ ਹੈ ਜੀ, 2 ਨੂੰ ਲਿਖ ਸਕਦੇ ਹਾਂ 2 1, 3 ਨੂੰ 3 1, ਕਿੰਨਾ 1 2, ਆंसर ਆਇਆ 2, ऑप्शन नंबर बी 2। मतलब की हो गया इधर फंक्शन, ਇਹਦਾ मतलब हो गया 6 ਨਾਲ ਕਿੰਨੇ ਨੰਬਰ ਪ੍ਰਾਈਮ ਨੇ, 6 ਨਾਲ 2 ਨੰਬਰ ਪ੍ਰਾਈਮ ਨੇ, ਕਿਹੜੇ ਕਿਹੜੇ, ਇੱਕ ਤਾਂ 1 ਦੀ 6 ਨਾਲ ਜੀਸੀਡੀ ਕਿੰਨੀ ਹੈ 1, 2 ਦੀ ਤਾਂ ਹੈ ਨਹੀਂ, 3 ਦੀ ਵੀ ਨਹੀਂ ਹੈਗੀ, 4 ਦੀ ਵੀ ਨਹੀਂ ਹੈਗੀ, ਇੱਕ ਆ ਗਿਆ 5। ਆ 5 1 ਤੇ 5 ਜਿਹੜੇ ਦੋ ਨੰਬਰ ਨੇ ਇਹ 6 ਨਾਲ ਕੀ ਨੇ ਪ੍ਰਾਈਮ ਨੇ, ਤਾਂ ਇਹਦਾ मतलब ਕੀ ਹੋ ਗਿਆ 1 ਤੇ 5 ਇਹ ਦੋ ਇਲਰ ਫੰਕਸ਼ਨ, मतलब ਇਲਰ ਫੰਕਸ਼ਨ ਦਾ मतलब ਕੀ ਹੁੰਦਾ, ਜਿਹੜਾ ਆਪਾਂ ਆ ਚੀਜ਼ ਕਰਦੇ ਆ ਦੋ, ਇਹ ਕੀ ਕਰਦੇ ਆ, ਇਹ ਉਹ ਵਾਲੀ ਚੀਜ਼ ਕਰਦੇ ਆ ਕਿ 6 ਨਾਲ ਕਿੰਨੇ ਨੰਬਰ ਜਿਹੜੇ ਹੈਗੇ ਨੇ ਕੋ ਪ੍ਰਾਈਮ ਨੇ, मतलब ਜਿਨ੍ਹਾਂ ਦਾ ਜੀਸੀਡੀ 1 ਹੈਗਾ, 1 ਦਾ ਤੇ 5 ਦਾ 6 ਨਾਲ ਜੀਸੀਡੀ ਕਿੰਨਾ 1 ਹੈ। ਹੋ ਗਿਆ ਜੀ क्वेश्चन नंबर 1 क्लियर। ਇਹ 60 ਦਾ क्वेश्चन है, देखो क्वेश्चन नंबर 2 very very important question। क्वेश्चन नंबर 2 if a and b are positive integers such that their HCF AB is equal to 1 then a plus b a minus b is, ਦਿਓ ਜੀ ਆਨਸਰ ਆਪਣਾ ਕਿੰਨਾ ਆਏਗਾ ਇਹਦਾ ਆਨਸਰ, ਜਲਦੀ ਦੱਸੋ ਜੀ ਆਨਸਰ ਤੁਸੀਂ ਇਹਦਾ ਆਨਸਰ ਕਿੰਨਾ ਆਏਗਾ 1 2, इधर 1 और 2 या फिर neither 1 nor 2। ले लो जी एग्जांपल A2 ले लो V1 ले लो, ठीक है जी, A2 ले लिया V1 ले लो, दोनों का जीसीडी 1 होना चाहिए। देखो A ते B का 1 आ गया HCF जे जीसीडी, ठीक है जी, 2 ते 1 का कितना आ गया 1 आ गया। A प्लस B कर दोगी, A प्लस B 3 हो गया, A माइनस B 1 हो गया, इन्हों का जीसीडी कितना आया 1 आ गया। ये ऑप्शन राइट होगी, ये ऑप्शन राइट होगी, ठीक है जी क्लियर, ये ऑप्शन राइट, A प्लस B A माइनस B कितना आ गया 1 आ गया, है ना, ठीक है ना, ये ऑप्शन राइट। कितने जने ये ऑप्शन राइट कह रहे हैं, ये ऑप्शन राइट कितने स्टूडेंट कह रहे हैं कि ये ऑप्शन राइट होगी जी, डन चलिए अगे करिए मूव करिए, बट नहीं ये ऑप्शन इज रॉन्ग। क्यों, अगर आप A ले लीए 7 B ले लीए 5, देखो 7 ते 5 का जीसीडी कितना, 7 ते 5 का जीसीडी तो 1 हो गया, बट ऐड कर दो 12, सबट्रैक्ट कर दो 2 ते 2 ते 12 का जीसीडी तो 2 हो गया। ਹੁਣ क्यों नहीं कहते भी 1 आ गया, इधर 1 और 2 या तो 1 भी आ सकता है या 2 भी आ सकता है, ऑप्शन नंबर जी सी होगी वो होगी राइट, ऑप्शन नंबर सी राइट। हाँ जी पैगी दिमाग च एक एग्जाम्पल तो आप आइडिया नहीं लगा सकते कि केड़ा ऑप्शन राइट होएगा, ऑप्शन नंबर सी होगी राइट, इधर 1 और 2। चलो जी 60 दो क्वेश्चन ही है, देखो वाले दोनों आ भी 60 का आ भी 60, बस 35 82 का क्वेश्चन का फैक्टरिंग ऑफ एनी इंटीजर इनटू n into primes is unique apart from the order, apart from the order आ गया तो केड़ी थ्योरम होगी ये फंडामेंटल थ्योरम, बोलो जी फंडामेंटल थ्योरम ऑफ अलजेब्रा या अर्थमैटिक, आ कंफ्यूजन करेगा इत्थे अर्थमैटिक या अलजेब्रा,
ਅਲਜੈਬਰਾ ਨਹੀਂ ਜੀ, ਅਰਥਮੈਟਿਕ, ਡੀ ਆਪਸ਼ਨ। ਆ ਚੀਜ਼ ਇੱਥੇ ਕਨਫਿਊਜ਼ ਜ਼ਰੂਰ ਕਰੇਗੀ ਅਗਰ ਆਪਾਂ ਨੂੰ ਫੰਡਾਮੈਂਟਲ ਦਾ ਵੀ ਪਤਾ ਹੋਇਆ, ਬਟ ਕਨਫਿਊਜ਼ਿੰਗ ਕੀ ਕਰੇਗੀ ਅਲਜੈਬਰਾ ਤੇ ਅਰਥਮੈਟਿਕ ਦਾ। ਆਪਸ਼ਨ ਨੰਬਰ ਡੀ ਰਾਈਟ, ਫੰਡਾਮੈਂਟਲ ਥਿਓਰਮ ਆਫ ਅਰਥਮੈਟਿਕ। 3582 ਦੇ ਵਿੱਚ ਕੁਐਸਚਨ। ਨੈਕਸਟ ਕੁਐਸਚਨ ਰਿਪੀਟਰ ਜੀ, ਦੇਖੋ 3582 ਦੇ ਵਿੱਚ ਕੋਈ ਬਿਲਕੁਲ ਸੇਮ ਸਟੇਟਮੈਂਟ, ਪਹਿਲਾ ਆਪਸ਼ਨ ਵੀ ਉਹੀ, ਮੈਂ ਚੈੱਕ ਕਰਵਾ ਦਿੰਦਾ। ਦੇਖੋ ਇਹ ਲੱਗਦਾ ਪੇਪਰਾਂ ਚੋਂ ਲਿਆ ਗਿਆ ਹੈ, ਟਾਈਪ ਨਹੀਂ ਕੀਤਾ ਗਿਆ। ਦੇਖੋ ਤੁਸੀਂ ਇੱਥੇ ਇਹਦਾ ਪਾਰਟ ਵੀ ਦੇਖ ਸਕਦੇ ਹੋ ਨੈਕਸਟ ਕੁਐਸਚਨ ਦਾ, ਪੰਜਾਬੀ ਦੇ ਵਿੱਚ। ਪੰਜਾਬੀ ਦੇ ਵਿਚਲਾ ਪਾਰਟ ਦੇਖੋ, ਅੱਜ ਤੁਹਾਨੂੰ ਦਿਖ ਰਿਹਾ ਹੋਏਗਾ ਪੰਜਾਬੀ ਦੇ ਵਿਚਲਾ ਬਿਲਕੁਲ ਐਜ਼ ਇਟ ਚੱਕਿਆ ਗਿਆ। A ਆਪਸ਼ਨ 1 B2 C ਆਪਣਾ ਆਨਸਰ ਬਣਿਆ। ਦੇਖੋ A1 B2 C ਆਪਣਾ ਆਨਸਰ ਬਿਲਕੁਲ ਐਜ਼ ਇਟ ਚੱਕਿਆ ਗਿਆ ਜੀ 3582 ਚ। ਅਗਲੇ ਸਾਲ 2017 ਦੇ ਵਿੱਚ ਜੋ ਐਗਜ਼ਾਮ ਹੋਇਆ ਸੀ, 2016 ਦੇ ਵਿੱਚ ਉਹ ਆਇਆ 67 ਚ, 3582 ਚ ਫਿਰ ਰਿਪੀਟਡ ਕੁਐਸਚਨ ਉਹਨਾਂ ਨੇ ਦੇਤਾ ਇੱਧਰ 1 ਔਰ 2, C ਆਪਸ਼ਨ ਰਾਈਟ। ਠੀਕ ਹੈ ਜੀ, 21 ਵਾਲੇ ਵਿੱਚ ਵੀ ਚਾਂਸ ਜ਼ਰੂਰ ਹੈਗੇ ਨੇ। ਚਲੋ ਜੀ, ਕੁਐਸਚਨ ਨੰਬਰ 5 3704 ਦੇ ਵਿੱਚ ਆਇਆ ਜੀ, ਪਰਮਿਟਿਵ ਰੂਟ ਆਫ 13 ਕਰ ਚੁੱਕੇ ਹਾਂ ਜੀ ਆਪਾਂ। ਪਰਮਿਟਿਵ ਰੂਟ ਆਫ 13 5 of 5 30। ਠੀਕ ਹੈ ਜੀ, ਇਹੀ ਹੁੰਦਾ ਪਰਮਿਟਿਵ ਰੂਟ। 3704 ਚ ਆਇਆ 5 30 ਨੂੰ ਕੀ ਲਿਖ ਸਕਦੇ ਹਾਂ 13 minus 1 5 12। 12 ਨੂੰ ਕੀ ਲਿਖ ਸਕਦੇ ਹਾਂ ਜੀ, ਆਪਾਂ ਕੀਤਾ ਸੀਗਾ 2 ਦੀ ਪਾਵਰ 2 into 3, 2 ਦੀ ਪਾਵਰ 2 ਨੂੰ 2 ਦੀ ਪਾਵਰ 2 minus 2 ਦੀ ਪਾਵਰ 1, 3 ਨੂੰ 3 minus 1, ਤਾਂ ਇਹ ਹੋ ਗਿਆ 2 into 2 4 ਆਨਸਰ ਕਰ ਚੁੱਕੇ ਹਾਂ ਜੀ ਪਹਿਲਾਂ। ਜੇ ਕਿਸੇ ਨੇ ਨਹੀਂ ਕੀਤਾ ਤਾਂ ਪਿੱਛੇ ਜਾ ਕੇ ਜ਼ਰੂਰ ਦੇਖ ਸਕਦਾ ਹੈ ਅਗਰ ਇੱਥੇ ਨਾ ਸਮਝ ਆਇਆ ਹੋਵੇ। ਆਪਸ਼ਨ ਨੰਬਰ ਡੀ 4 ਆਪਸ਼ਨ ਰਾਈਟ ਹੋ ਗਿਆ ਇਹਦਾ। ਪਰਮਿਟਿਵ ਰੂਟ ਆਫ 13 ਕਿੰਨੇ 4। 3704। ਕੁਐਸਚਨ ਨੰਬਰ 6 ਦੇਖੋ 3704 ਦੇ ਵਿੱਚ 54 ਆਏ। ਕਿਹਨੂੰ ਨਹੀਂ ਪਤਾ ਹੁਣ 54? ਸਭ ਨੂੰ ਪਤਾ ਹੈ 54 2 ਦੀ ਪਾਵਰ 2, 2 ਦੀ ਪ੍ਰਾਈਮ ਦੀ ਪਾਵਰ ਕੁਝ ਵੀ ਹੋਵੇ ਤਾਂ ਕੀ ਲਿਖ ਸਕਦੇ ਆ, ਪ੍ਰਾਈਮ ਦੀ ਪਾਵਰ ਹੋਵੇ ਤਾਂ ਪ੍ਰਾਈਮ ਦੀ ਪਾਵਰ ਮਾਈਨਸ ਪ੍ਰਾਈਮ ਦੀ ਪਾਵਰ ਇੱਕ ਘੱਟ 2 minus 1, ਤਾਂ 4 minus 2 ਦੀ ਪਾਵਰ 1 2, ਤਾਂ ਇਹਦਾ ਆਨਸਰ ਆ ਗਿਆ 2। ਆਪਸ਼ਨ ਨੰਬਰ ਬੀ। ਦੇਖੋ ਕਿੰਨੇ ਈਜ਼ੀ ਕੁਐਸਚਨ ਆਉਂਦੇ ਆ ਨੰਬਰ 3। 3 ਪੇਪਰ ਆਪਾਂ ਚੱਕ ਕੇ ਕਰ ਲਏ 67 3582 ਔਰ 3704। ਦੋ ਕੁਐਸਚਨ ਆਏ ਹੋਏ ਨੇ ਜੀ। ਦੇਖੋ ਨਿਬੜ ਗਿਆ 3704 ਦੀ, ਸ਼ੁਰੂ ਹੋ ਗਿਆ ਬੈਕ। ਬਟ ਬੈਕਲੌਗ ਦੇ ਵਿੱਚ ਤਾਂ ਹੱਦ ਹੀ ਕਰਤੀ ਉਹਨਾਂ ਨੇ। ਬੈਕਲੌਗ ਵਿੱਚ ਕੀ ਹੋਗੀ, ਹੱਦ ਹੋ ਗਈ ਕੁਐਸਚਨ ਨੰਬਰ 3 ਦੀ। 6-7 MCQ ਆਏ ਸੀ। ਤਾਂ ਆਹ ਕੁਐਸਚਨ ਆਪਾਂ ਡੀਲ ਕੀਤਾ ਹੋਇਆ ਜੀ ਕਲਾਸ ਦੇ ਵਿੱਚ। ਅਗਰ C ਡਿਵਾਈਡ ਕਰਦਾ A ਨੂੰ, C ਡਿਵਾਈਡ ਕਰਦਾ B ਨੂੰ, ਤਾਂ ਆਪਾਂ ਕੀ ਕੀਤਾ ਸੀ, ਆਪਾਂ ਕੀਤਾ ਸੀ C ਡਿਵਾਈਡ ਕਰੇਗਾ AX plus BY ਨੂੰ, ਇਹ ਕੀਤਾ ਸੀ। ਬਟ ਇਹਨਾਂ ਨੇ MN ਕਹਿਤਾ, ਕੌਨਸਟੈਂਟ ਹੈ, ਕੋਐਫੀਸ਼ੀਐਂਟ ਹੈ, ਕੋਈ ਫਰਕ ਨਹੀਂ ਪੈਂਦਾ। ਬਟ ਰਾਈਟ ਆਨਸਰ ਆਏਗਾ A। ਆਪਾਂ ਕੀ ਕੀਤਾ ਸੀ, X and Y ਕੀਤਾ ਸੀ। X and Y ਕੀ ਬੋਲੇ ਸੀ, ਇੰਟੀਜ਼ਰ। ਇਹਨਾਂ ਨੇ MN ਲਿਖ ਲਿਆ ਤੇ ਬੋਲ ਦਿੱਤਾ ਉਹਨਾਂ ਨੂੰ ਇੰਟੀਜ਼ਰ। ਰਾਈਟ ਆਪਸ਼ਨ ਤਾਂ ਉਹੀ ਰਹੇਗਾ, ਇਹੀ ਰਹੇਗਾ। ਤਾਂ ਇਹ ਆਪਸ਼ਨ ਹੋ ਗਿਆ ਰਾਈਟ, 7th ਦਾ ਇਹ ਆਪਸ਼ਨ। ਠੀਕ ਹੈ ਜੀ, ਜਿੰਦਾ ਵੀ ਐਗਜ਼ਾਮ ਸੀਗਾ ਦੇਖੋ ਉਹਨੇ ਇਹ ਆਪਸ਼ਨ ਲਗਾਇਆ, ਵੱਡਾ ਸਾਰਾ ਟਿਕ ਲਗਾਇਆ, ਉਹਨੂੰ ਕੌਨਫੀਡੈਂਸ ਸੀ ਪੂਰਾ ਕਿ ਇਹ ਸਹੀ ਹੈ। ਠੀਕ ਹੈ ਜੀ, ਐਗਜ਼ਾਮ ਦੇ ਵਿੱਚ ਚੱਕੇ ਹੋਏ ਕੁਐਸਚਨ ਨੇ, ਮੈਂ ਤੁਹਾਨੂੰ ਬਾਰ-ਬਾਰ ਦੱਸ ਰਿਹਾ ਐਜ਼ ਇਟ ਇਜ਼ ਜਾਣਬੁੱਝ ਕੇ ਚੱਕੇ ਗਏ ਨੇ ਤਾਂ ਕਿ ਤੁਹਾਨੂੰ ਬਿਲਕੁਲ ਕੁਐਸਚਨ ਪੇਪਰ ਵਾਲੀ ਫੀਲਿੰਗ ਆਵੇ। ਚਲੋ ਜੀ, ਆਹ ਕੁਐਸਚਨ ਸੀਗਾ ਜਿਹਦੇ ਆਪਾਂ ਕੱਲ ਕਾਫੀ ਟਾਈਮ ਲਗਾਇਆ ਸੀਗਾ, ਤੁਹਾਨੂੰ ਮੈਂ ਕਿਹਾ ਸੀ ਵੀ ਇਹ ਆਇਆ ਹੋਇਆ ਬੈਕਲੌਗ ਤੇ, ਇਹ ਵਾਲਾ ਕੁਐਸਚਨ ਆਇਆ ਹੋਇਆ ਤੇ ਉਹ ਵੀ ਕਨਫਿਊਜ਼ ਹੋ ਗਿਆ ਜਿਹਦਾ ਵੀ ਐਗਜ਼ਾਮ ਸੀਗਾ। B is positive, B is positive ਨਹੀਂ ਹੋਣਾ ਜੀ ਇੱਥੇ। ਇਹਦੇ ਵਿੱਚ ਕਨਫਿਊਜ਼ ਗੋਲਡ ਵਾਲੇ ਵੀ ਹੋਏ ਸੀ, ਉਹਨਾਂ ਨੇ ਵੀ ਪਹਿਲਾਂ ਹੋਰ ਹੀ ਆਪਸ਼ਨ ਦੇ ਰੱਖਿਆ ਸੀ ਕੋਈ, ਬਟ ਰਿਵਾਈਜ਼ ਆਨਸਰ ਕੀ ਦੇ ਵਿੱਚ ਯਾਨੀ ਕਿ ਜਦੋਂ ਆਨਸਰ ਕੀ ਦੁਬਾਰਾ ਆਈ ਤਾਂ ਉਹਦੇ ਵਿੱਚ ਉਹਨਾਂ ਨੇ ਬਿਲਕੁਲ ਰਾਈਟ ਆਨਸਰ ਦਿੱਤਾ ਸੀ B is 0। ਆਹੀ ਆਪਸ਼ਨ ਦਾ ਰਾਈਟ ਬਣਦਾ ਜੀ B0। ਆਪਾਂ ਵੀ ਕੱਲ ਇਹੀ ਕੀਤਾ ਸੀ B0। ਹੁਣ ਬਟ ਦੇਖਦੇ ਹਾਂ ਆਪਾਂ ਵੀ ਕਿਵੇਂ ਕੀਤਾ ਸੀ। A ਡਿਵਾਈਡ B ਯਾਨੀ ਕਿ ਇਹਦਾ ਮਤਲਬ ਕੀ ਹੋ ਗਿਆ, B ਡਿਵਾਈਡ A ਹੈ ਨਾ। A 0 ਨਹੀਂ ਹੈਗਾ, A not equal to 0 ਹੈ ਤੇ B ਕੀ ਹੈ, A ਤੋਂ ਛੋਟਾ ਹੈ। A ਵੱਡਾ ਹੈ, B ਛੋਟਾ ਹੈ, ਤਾਂ ਇਹ ਤਾਂ ਪੋਸੀਬਲ ਨਹੀਂ ਹੈਗਾ। ਮੰਨ ਲਓ ਦੇਖੋ 1/2 ਇਹ ਡਿਵਾਈਡ ਹੋ ਸਕਦਾ, ਨਹੀਂ ਹੋ ਸਕਦੇ ਕਿਉਂਕਿ ਉੱਪਰਲਾ ਅਗਰ ਛੋਟਾ ਹੋ ਗਿਆ ਨਿਚਲਾ ਵੱਡਾ ਹੋ ਗਿਆ ਤਾਂ ਡਿਵਾਈਡ ਕਰ ਹੀ ਨਹੀਂ ਸਕਦਾ ਕਦੇ ਵੀ। ਹੁਣ B A ਨਾਲੋਂ ਛੋਟਾ ਹੈ ਤਾਂ B ਪੋਜ਼ਿਟਿਵ ਹੋ ਗਿਆ ਚਾਹੇ ਨੈਗੇਟਿਵ ਹੋ ਗਿਆ, ਡਿਵਾਈਡ ਤਾਂ ਹੋ ਹੀ ਨਹੀਂ ਸਕਦਾ। ਤਾਂ B ਨੂੰ ਕੀ ਹੋਣਾ ਪਊਗਾ, 0 ਹੀ ਹੋਣਾ ਪਊਗਾ A ਨਾਲ ਡਿਵਾਈਡ ਹੋਣ ਵਾਸਤੇ।
ਅਗਰ A ਛੋਟਾ ਹੁੰਦਾ ਫਿਰ ਕੋਈ ਚੱਕਰ ਨਹੀਂ ਸੀ, ਫਿਰ B ਪੋਜ਼ਿਟਿਵ ਵੀ ਚਲੇ ਜਾਂਦਾ, ਨੈਗੇਟਿਵ ਵੀ ਚਲੇ ਜਾਂਦਾ। ਬਟ ਇੱਥੇ ਕੀ ਹੈ, A ਤਾਂ ਵੱਡਾ ਹੋ ਗਿਆ ਨਾ B ਨਾਲੋਂ, A ਕੀ ਹੈ B ਨਾਲੋਂ ਵੱਡਾ ਹੈਗਾ, ਤਾਂ ਇੱਥੇ B ਨੂੰ ਕੀ ਹੋਣਾ ਪਏਗਾ, 0 ਹੀ ਹੋਣਾ ਪਏਗਾ। ਆਪਸ਼ਨ ਨੰਬਰ C ਕਲੀਅਰ। ਹਾਂਜੀ ਕਲੀਅਰ ਹੋ ਗਿਆ क्वेश्चन सब ਨੂੰ, डन एवरीवन क्लियर। क्वेश्चन नंबर 8 मास्टर कैडर बैकलॉग दा, चलो जी अभी बैकलॉग दा क्वेश्चन सीगा जी। फॉर एन इंटीजर m स्क्वायर प्लस 2 इज नॉट डिविजिबल बाय, m स्क्वायर प्लस 2 किहदे नाल डिविजिबल नहीं हैगा, तो पुट करके देख लो जी। m स्क्वायर प्लस 2 1 पुट करांगे तो 1 प्लस 2 3, 2 पुट करांगे 2 टू द पावर 2 टू द पावर 2, 4 प्लस 2 6, 3 पुट करांगे 9 प्लस 2 11, 4 पुट करांगे 4 दी पावर 2 16 प्लस 2 18। ठीक है जी, देखो 3 नाल कोई नहीं होया, आ नहीं होया, आ नहीं होया, आ भी नहीं होया। ठीक है जी, 6 नाल आ हो गया, 11 नाल आ हो गया जी। बट 4 हैगा जिहड़ा किसे नाल भी डिवाइड नहीं, किसे नूं भी डिवाइड नहीं कर दिया, तो 4 इहदा आ जाएगा राइट आंसर। m स्क्वायर प्लस 2 किहदे नाल डिविजिबल नहीं होना, 4 नाल कदे भी डिविजिबल नहीं होना। 6 नाल भी हो गया, 11 नाल भी हो गया, बट 4 किहदे नाल नहीं होना, 4 नाल कदे भी नहीं होना। ऐसा कोई भी नंबर नहीं आएगा जिसे नाल 4 पूरा डिवाइड करता। क्लियर। क्वेश्चन नंबर 9। क्वेश्चन नंबर 10 बैकलॉग दा क्वेश्चन जी, बिल्कुल a is equal to b क्यों प्लस r ਆਪਾਂ ਆਲਰੇਡੀ ਕਰ ਚੁੱਕੇ ਹਾਂ ਕਲਾਸ ਦੇ ਵਿੱਚ। a is equal to b क्यों प्लस r, ਇਹਦੇ ਵਿੱਚ ਵੀ ਬੋਰਡ ਵਾਲੇ ਕਨਫਿਊਜ਼ ਹੋ ਗਏ ਸੀਗੇ ਜੀ, ਉਹਨਾਂ ਨੇ ਹੋਰ ਕੋਈ ਆਪਸ਼ਨ ਦੇ ਰੱਖਿਆ ਸੀਗਾ, ਬਟ ਬਾਅਦ ਚ ਜਦੋਂ ਆਬਜੈਕਸ਼ਨ ਲੱਗੀ ਤਾਂ ਉਹਨਾਂ ਨੂੰ ਇਹਦਾ ਰਾਈਟ ਆਨਸਰ ਦੇਣਾ ਪਿਆ। ਰਾਈਟ ਆਨਸਰ ਇਹਦਾ ਬਣਦਾ, ਦੇਖੋ a b क्यों प्लस r ਆਪਾਂ ਕੀਤਾ ਸੀ, ਐਗਜ਼ਾਮਪਲ ਲੈਤੀ ਸੀ ਬਿਲਕੁਲ। a b ਦਾ GCD ਕਿਹਦੇ ਇਕੁਅਲ ਹੋਏਗਾ, BR ਦੇ ਇਕੁਅਲ ਹੋਏਗਾ। ए बी ਦਾ GCD BR ਦੇ ਇਕੁਅਲ ਹੋਏਗਾ। ਕਿਵੇਂ ਹੋਏਗਾ, ਦੇਖੋ ਅਗਰ ਆਪਾਂ 51 ਨੂੰ ਡਿਵਾਈਡ ਕਰਦੇ ਹਾਂ 7 ਨਾਲ ਤਾਂ 7 ਤੇ ਜਾਏਗਾ 49, 2 LCM 2 ਰਿਮਾਈਂਡਰ ਸੌਰੀ 2 ਰਿਮਾਈਂਡਰ। ਹੁਣ ਕੀ ਕਰਨਾ, A ਮਤਲਬ ਜਿਹਨੂੰ ਆਪਾਂ ਡਿਵਾਈਡ ਕਰ ਰਹੇ ਹਾਂ 51, B ਕੀ ਹੋਏਗਾ, ਜਿਹਦੇ ਨਾਲ ਡਿਵਾਈਡ ਕਰ ਰਹੇ ਹਾਂ, ਫਿਰ B 7, ਰਿਮਾਈਂਡਰ ਕਿੰਨਾ 2, ਇਹਨਾਂ ਦਾ ਵੀ GCD 1, ਇਹਨਾਂ ਦਾ ਵੀ GCD 1 ਆ ਸਕੇ। AR ਤੇ BR ਕਿਉਂ ਨਹੀਂ ਹੋ ਸਕਦੇ, ਕੋਈ ਦੱਸ ਸਕਦਾ AR ਤੇ BR ਕਿਉਂ ਨਹੀਂ ਹੋ ਸਕਦੇ, ਕੀ ਰੀਜ਼ਨ ਹੈ A ਤੇ AR ਤੇ BR ਦਾ? ਕਿਸੇ ਕੋਲ ਹੈਗੀ ਐਗਜ਼ਾਮਪਲ A ਤੇ BR ਦੀ? ਆਪਣੇ ਕੋਲ ਹੈਗੀ ਹੈ ਜੀ। ਤੁਸੀਂ ਕਰੋ 33 ਨੂੰ ਡਿਵਾਈਡ ਕਰੋ 6 ਨਾਲ, 6 5 30 30, A ਕਿੰਨਾ 33, AR ਕਿੰਨਾ 3 is equal to B ਕਿੰਨਾ 6, R ਕਿੰਨਾ 3। ਇਹਨਾਂ ਦਾ 3 ਆ ਗਿਆ ਔਰ ਇਹਨਾਂ ਦਾ ਕਿੰਨਾ ਆ ਗਿਆ 3 ਆ। ਚਲੋ 5 ਨਾਲ ਕਰ ਲਓ, 5 ਨਾਲ ਕਰ ਲਓ, ਠੀਕ ਹੈ ਇੱਥੇ ਤਾਂ ਆ ਗਿਆ 5 ਨਾਲ ਕਰ ਲਓ 6 ਹੋ ਗਿਆ, ਇੱਥੇ ਫਿਰ ਵੀ ਉਹੀ ਆ ਨਾ। ਤਾਂ ਹੁਣ ਦੇਖੋ ਇੱਥੇ 5 3 ਹੋ ਗਿਆ, ਇਹਨਾਂ ਦਾ GCD ਤਾਂ 3 ਆ ਗਿਆ, ਬਟ ਇਹਨਾਂ ਦਾ ਕਿੰਨਾ ਆ ਗਿਆ 1 ਆ ਗਿਆ। ਆਲਵੇਜ਼ ਟਰੂ ਨਹੀਂ ਹੈਗਾ, ਕਦੇ ਕਦੇ ਲੱਗ ਜਾਂਦਾ, ਕਦੇ ਕਦੇ ਨਹੀਂ ਲੱਗੇਗਾ। ਉਦਾਂ ਹੀ ਆਹ ਵਾਲਾ ਕੰਮ ਹੈ, ਇਹ ਤਾਂ ਸੇਮ ਹੀ ਹੈ। AR ਤਾਂ ਆਏਗਾ ਹੀ ਆਏਗਾ, A ਤੇ R ਦਾ GCD ਹਮੇਸ਼ਾ ਜ਼ਿਆਦਾ ਬਣ ਸਕਦਾ, ਕੋਈ ਜ਼ਰੂਰੀ ਨਹੀਂ ਹੈਗਾ, ਠੀਕ ਹੈ। ਬਟ ਆਲਵੇਜ਼ ਟਰੂ ਹੈਗਾ B ਆਪਸ਼ਨ। ਇਹ ਕਦੇ ਕਦੇ ਲੱਗੇਗਾ, ਜਿਵੇਂ 6 ਨਾਲ ਕੀਤਾ ਤਾਂ ਲੱਗ ਗਿਆ, ਬਟ ਅਗਰ ਆਪਾਂ 5 ਨਾਲ ਡਿਵਾਈਡ ਕਰਾਂਗੇ ਫਿਰ ਇਹ ਨਹੀਂ ਲੱਗੇਗਾ। ਕਲੀਅਰ। क्वेश्चन नंबर 11 मास्टर कैडर बैकलॉग ਦਾ बिल्कुल एज तक कंफ्यूजिंग क्वेश्चन। आंसर गिवन सीगा, आंसर पता सी ਆਪਾਂ ਨੂੰ, ਬਿਲਕੁਲ ਪਤਾ ਸੀ, ਬਟ ਕਨਫਿਊਜ਼ ਹੋ ਗਏ। ਔਰ ਜੇ ਉਹਨੇ ਇਹ ਐਗਜ਼ਾਮ, ਜਿਹਦਾ ਐਗਜ਼ਾਮ ਪੇਪਰ ਸੀਗਾ ਉਹ ਵੀ ਹੋ ਗਿਆ ਕਨਫਿਊਜ਼, ਵੱਡਾ ਸਾਰਾ ਟਿਕ ਲਗਾਦਾ ਇਸ ਤੇ, ਬਟ ਇਹ ਆਪਸ਼ਨ ਨਹੀਂ ਸੀਗਾ। ਓਨਲੀ ਵਰਡ ਆਪਾਂ ਕਦੇ ਵੀ ਨਹੀਂ ਪੜਿਆ, ਆਪਾਂ ਕੀਤਾ ਸੀ AMN ਦਾ GCD अगर 1 हैगा तो A ते M ਦਾ ਵੀ GCD 1 ਹੋਏਗਾ, ਐਂਡ A ਤੇ N ਦਾ ਵੀ GCD 1 ਹੋਏਗਾ, ਬਟ ਆਪਾਂ ਓਨਲੀ ਵਰਡ ਕਦੇ ਵੀ ਨਹੀਂ ਪੜਿਆ। ਤੁਸੀਂ ਆਪਣੀ ਕਲਾਸ ਉਠਾ ਕੇ ਦੇਖ ਸਕਦੇ ਹੋ,
ਆਪਾਂ ਇਹ ਕੁਐਸਚਨ ਕੀਤਾ ਹੋਇਆ, ਬਟ ਉਹਦੇ ਵਿੱਚ ਆਪਾਂ ਓਨਲੀ ਸ਼ਬਦ ਕਦੇ ਵੀ ਨਹੀਂ ਪੜਿਆ। ਆਪਸ਼ਨ ਇਹਦਾ ਬਣਨਾ ਸੀ ਡੀ। ਜੀ ਡੀ ਰਾਈਟ ਹੋਈ। ਓਨਲੀ ਵਾਲਾ ਉਹ ਬਿਲਕੁਲ ਟਕਾਟਕ ਕਨਫਿਊਜ਼ਿੰਗ, ਸਿਰਫ ਇੱਕ ਵਰਡ ਨੇ ਕਨਫਿਊਜ਼ ਕਰਤਾ ਸਿਸਟਮ। ਆ ਓਨਲੀ ਨਾਲ ਲਿਖਿਆ ਹੁੰਦਾ, ਕੋਈ ਹੋਰ ਆਪਸ਼ਨ ਹੁੰਦੀ ਤਾਂ ਡੀ ਆਪਸ਼ਨ ਵਾਲੇ ਜਾਣਾ ਸੀ, ਬਟ ਓਨਲੀ ਆਪਾਂ ਕਦੇ ਵੀ ਨਹੀਂ ਸਟੱਡੀ ਕੀਤਾ। ਠੀਕ ਹੈ ਜੀ। ਕੁਐਸਚਨ ਨੰਬਰ 11 ਦੇਖੋ, 5 ਕੁਐਸਚਨ ਹੋ ਚੁੱਕੇ ਨੇ ਬੈਕਲੌਗ ਦੇ, 6ਵਾਂ ਵੀ ਬੈਕਲੌਗ। If A and B are two positive integers, then which of the following is true? ਇਹ ਜੀ ਪੇਪਰ ਥੋੜਾ ਜਿਹੀ PDF ਸੀਗੀ, ਉਹ ਐਦਾਂ ਦੀ ਹੀ ਸੀ ਟੇਢੀ ਬਿੰਗੀ, ਤਾਂ ਉਹਦੇ ਵਿੱਚੋਂ ਹੀ ਕੁਐਸਚਨ ਚੱਕੇ ਨੇ, ਤਾਂ ਕਰਕੇ ਥੋੜਾ ਟੇਢਾ ਮੇਢਾ ਜਿਹਾ ਕੰਮ ਹੋ ਗਿਆ, ਬਟ ਆਪਾਂ ਨੂੰ ਮਤਲਬ ਹੈਗਾ ਕੁਐਸਚਨ ਨਾਲ, ਤਾਂ ਇਹਦਾ ਆਨਸਰ ਰਾਈਟ ਹੋਣਾ ਇਹ ਸਭ ਨੂੰ ਆਉਂਦਾ ਹੈ ਜੀ। GCD into LCM is equal to A and B। ਆ ਫਾਰਮੂਲਾ ਪੁੱਛਿਆ ਗਿਆ ਸੀ ਐਗਜ਼ੈਕਟ, ठीक है जी। तो ए ऑप्शन वाला राइट फार्मूला बनना सी। जीसीडी मल्टीप्लाई एलसीएम इज इक्वल टू दोनों नंबरों की प्रोडक्ट। क्लियर। क्वेश्चन नंबर 30 द नंबर ऑफ इंटीजर सॉल्यूशन लेक्चर कैडर 2016 ਦੇ ਵਿੱਚ ਆਇਆ ਜੀ, ਇਹ ਵੀ ਆਪਾਂ ਕਰ ਚੁੱਕੇ ਹਾਂ ਐਜ਼ ਇਟ ਇਜ਼ क्वेश्चन। 15x ਅੱਜ ਹੀ ਕੀਤਾ ਜੀ ਆਪਾਂ ਇਹ 15x congruent to 25 for mod 35 ਤਾਂ ਕਿੰਨਾ ਆਏਗਾ ਜੀ 15 और 35 का जो GCD है वो आएगा 5 कि 24 ਨੂੰ 5 डिवाइड कर रहा है, नहीं कर रहा तो नो सोल्यूशन। नो सोल्यूशन मीन्स जीरो सोल्यूशन। ऑप्शन नंबर ए जीरो सोल्यूशन कर चुके हैं। डिटेल में करना हो तो पिछे जाके जरूर देख सकते। क्वेश्चन नंबर 40 द नंबर ऑफ प्रिमिटिव रूट ऑफ 13 लेक्चर कर चुके हैं जी 3 बार। अज की क्लास के ही आप 3 बार कर रहे हैं क्वेश्चन। 5 of 5 30 बार बार नहीं करवाते, आंसर ही याद हो गया। ऑप्शन डी 4। क्वेश्चन नंबर 15 द फैक्टरिंग ऑफ एनी इंटीजर इनटू एन प्राइम इज यूनिक अपार्ट फ्रॉम द ऑर्डर ऑफ द प्राइम फैक्टर। चलो जी, ये भी बहुत बार आ चुके हैं, 3-4 बार ये क्वेश्चन आ गया। फंडामेंटल थ्योरम ऑफ अर्थमैटिक एक नेम वाली थ्योरम ਇਹਦੇ ਵਿੱਚ ਜੋ ਬਸ ਆਹੀ ਹੈ ਜੀ, फंडामेंटल थ्योरम ऑफ अर्थमैटिक। चाइनिंग रिमाइंडर की तो स्टेटमेंट ही बहुत लंबी है, इदा ध्यान रख लो। जी चाइनिंग रिमाइंडर है ना, वो तो स्टेटमेंट ही बहुत लंबी है जी। प्राइम नंबर थ्योरम अपने को कोई भी नहीं हैगी ये। ठीक है जी। तो फंडामेंटल थ्योरम ऑफ अर्थमैटिक हैगी सी, वो आप कर दी। अपार्ट फ्रॉम ऑर्डर आ गया तो होएगी फंडामेंटल थ्योरम ऑफ अर्थमैटिक। क्लियर। चलो थैंक यू। क्लास अपनी ओवर हो चुकी है जी। आई होप सबनों वधिया लगी होगी अज की क्लास। MCQ आप बहुत सारे बस नंबर थ्योरी के 2 या 3 MCQ आपको देखने को मिलणगे, ज़्यादा लंबा चौड़ा इसका काम नहीं है। आप जिन्ना भी इंपोर्टेंट कंसैप्ट सीगा देखो, तुसीं अज आप प्रीवियस ईयर किया, तुसीं एक भी क्वेश्चन दस सकते हो तो तुहानूं ना आंदा होगा, सारा आप डील कर चुके हैं। इदां दे क्वेश्चन ही आते हैं। ठीक है। इस तो अलावा एक्सट्रा भी आप बहुत कर चुके हैं, बहुत सारिया थ्योरमां कीतियां आपां ते मतलब बहुत सारे आप जिमें इन्हों के क्वेश्चन नहीं आया होया वो भी आप क्वेश्चन डील करे हुए हैं। ठीक है जी। तो अपना नंबर थ्योरी अज कंप्लीट हो गया। कल नूं आपां नवां कंसैप्ट शुरू करना है, नवां टॉपिक शुरू करना है, तो तुसीं प्लीज़ अपने कमेंट जरूर दे दिओ कि किहड़ा टॉपिक शुरू करिए। ठीक है। तो कल नूं फिर आपां मिलांगे जी। तो प्लीज़ अज की क्लास बहुत मेहनत नाल बनाई गई है, तो तुसीं लाइक शेयर जरूर कर दिओ ते कमेंट जरूर कर दिओ प्लीज़ क्लास तो बाद कि किवें दी लगी। ठीक है जी। क्योंकि ये मेहनत सब तुहाडे लई हो रही है जी, तो तुहाडा एक कमेंट ते बहुत जरूरी है जी। तो प्लीज़ अपने चैनल के सबसक्राइबर आप जल्दी तो जल्दी 1K करने ने, तो प्लीज़ शेयर करके 1K सबसक्राइबर करवाओ अपने जिमें भी हो सकता, ताकि अपनी पोस्ट जी पोस्ट हैगी आ वो फिर यूट्यूब पर जा सके, क्योंकि पोस्टां दे विच फिर आप क्वेश्चन जिहड़े हैगे ने वो टाइप कर सके, ताकि तुहानूं एज ए टेस्ट भी आप यूट्यूब का जिहड़ा उपयोग हैगा जां फायदा चक सके। ठीक है जी। तो जल्दी तो जल्दी अपने 1K सबसक्राइबर करवाने की कोशिश करो। ठीक है जी। अपने फ्रेंड्स को शेयर करो तो 1K सबसक्राइबर अपने जल्द ही कंप्लीट करवाओ। ठीक है जी। मिलते हैं फिर। टेक केयर। बाय बाय।